परम सम्मानयोग सिख मिशनरी कॉलेज लुधियाना वालों चल रही गुरमत क्लास विच हाज़री भर रहे गुरु प्यारे गुरु सवारे गुरमुखो, आप सारिਆਂ ਨੂੰ ਅੱਜ ਦੀ ਇਸ ਗੁਰਮਤ ਕਲਾਸ ਵਿੱਚ ਜੀ ਆਇਆਂ। ਹਰ ਸੋਮਵਾਰ ਅਸੀਂ ਸਵਾਲ ਜਵਾਬ ਦਾ ਸੈਸ਼ਨ ਕਰਦੇ ਹਾਂ। ਜੋ ਸਵਾਲ ਆਪ ਜੀ ਵੱਲੋਂ ਪਿਛਲੇ ਦਿਨਾਂ ਵਿੱਚ ਭੇਜੇ ਜਾਂਦੇ ਹਨ, ਉਹਨਾਂ ਦੇ ਉੱਤਰ, ਉਹਨਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਇਸ ਸੈਸ਼ਨ ਦੀ ਜ਼ਿੰਮੇਵਾਰੀ ਸੇਵਾ ਵੀਰ ਰਾਜਾ ਸਿੰਘ ਜੀ ਨਿਭਾ ਰਹੇ ਹਨ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਵੀਰ ਰਾਜਾ ਸਿੰਘ ਜੀ ਨੂੰ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਕਿਰਪਾ ਕਰਕੇ ਆਰੰਭ ਕਰੋ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। एक ओंकार सतनाम करता पुरख निर्भव निर्वैर काल मूरत अजूनी सैभं गुर प्रसाद वाहिगुरु 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 वाहिगुरु। वाहिगुरु जी का खालसा, वाहिगुरु जी की फतेह। ਅੱਜ ਦੇ ਪ੍ਰੋਗਰਾਮ ਵਿੱਚ ਸਾਰੀ ਸੰਗਤ ਨੂੰ ਜੀ ਆਇਆਂ। ਤੋ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਪੈਨਲ ਤੇ ਹੈ ਜੀ। ਤੋ ਮੈਂ ਪੈਨਲ ਮੈਂਬਰ ਨੂੰ ਬੇਨਤੀ ਕਰਾਂਗਾ ਬਈ ਸੰਗਤ ਨਾਲ ਫਤਿਹ ਸਾਂਝੀ ਕਰ ਲਓ। ਉਸ ਤੋਂ ਬਾਅਦ ਆਪਾਂ ਸਵਾਲ ਜਵਾਬ ਸ਼ੁਰੂ ਕਰਾਂਗੇ ਜੀ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਉਸਤਾਦ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਐਮਪੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਕਿੱਕਰ ਸਿੰਘ ਜੀ। ਸ਼ਾਇਦ ਅਜੇ ਜੁਆਇਨ ਨਾ ਕੀਤੇ ਹੋਣ। ਸਾਜੀਵੀਰ ਸਿੰਘ ਜੀ ਵੀ ਕੀਤੇ ਹੋਏ ਨੇ ਹੈਗੇ। ਅੱਛਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਕਿੱਕਰ ਸਿੰਘ ਜੀ ਤੇ ਸਾਜਗੀਰ ਸਿੰਘ ਜੀ। ਉਹਨੇ ਨਹੀਂ ਅੱਜ ਨਹੀਂ ਆਉਣਾ। ਹਾਂ, ਉਹ ਸ਼ਾਇਦ ਨਾ ਆਉਣ, ਥੋੜੀ ਸਰੀਰਕ ਸਮੱਸਿਆ ਹੈ ਜੀ। ਤੋ ਵੀਰ ਹਰਜੀਤ ਸਿੰਘ ਜੀ ਨੇ ਸ਼ੁਰੂਆਤ ਵਿੱਚ ਸਾਰੀ ਸੰਗਤਾਂ ਨਾਲ ਫਤਿਹ ਸਾਂਝ ਕੀਤੀ ਹੈ। ਤੋ ਆਓ ਸਾਧ ਸੰਗਤ ਜੀ ਆਪਾਂ ਅੱਜ ਦੇ ਪ੍ਰੋਗਰਾਮ ਚੱਲੀਏ। ਆਪ ਜੀ ਦੀ ਬਹੁਤ ਬਹੁਤ ਕਿਰਪਾ ਹੈ। ਆਪ ਵੱਖ ਵੱਖ ਵਿਸ਼ਿਆਂ ਤੇ ਸਾਨੂੰ ਸਵਾਲ ਭੇਜਦੇ ਹੋ। ਇਸ ਹਫ਼ਤੇ ਵੀ ਸਾਡੇ ਕੋਲ ਸਵਾਲ ਜਿਹੜੇ ਨੇ ਗੁਰਬਾਣੀ ਦੇ ਸ਼ਬਦਾਂ ਬਾਰੇ ਔਰ ਉਚਾਰਨ ਬਾਰੇ, ਰਹਿਤ ਮਰਿਆਦਾ ਬਾਰੇ ਔਰ ਪ੍ਰਚਲਿਤ ਜਿਹੜੀਆਂ ਹੋਰ ਗੱਲਾਂ ਰਿਲੇਟਡ ਟੂ ਸਾਡੇ ਫੇਥ ਨੇ ਉਹਦੇ ਬਾਰੇ ਆਈਆਂ ਨੇ। ਤੋ ਜਿਹਦੇ ਬਾਰੇ ਉਹਨਾਂ ਦੀ ਜਿੱਥੋਂ ਤੱਕ ਹੋ ਸਕੀ ਹੈ ਵਾਹਿਗੁਰੂ ਜੀ ਦੀ ਕਿਰਪਾ ਉਹਦਾ ਜੋ ਉੱਤਰ ਬਣਾ ਕੇ ਪੈਨਲ ਮੈਂਬਰ ਆਪ ਦੇ ਸਾਹਮਣੇ ਹਾਜ਼ਰ ਹਨ ਜੀ। ਤੋ ਆਓ ਸਾਧ ਸੰਗਤ ਆਪਾਂ ਸਵਾਲ ਲੈਣੇ ਆ ਜੀ। ਤੋ ਬੇਨਤੀ ਹੈ ਜੀ ਵੀ ਇੱਕ ਸਵਾਲ ਸਾਡੇ ਕੋਲ ਆਇਆ, ਉਹ ਹੈ ਸਵਾਲ ਕਰਤਾ ਕਹਿੰਦੇ ਨੇ ਵੀ ਸਿੱਖ ਰਹਿਤ ਮਰਿਆਦਾ ਵਿੱਚ ਅਰਦਾਸ ਵਾਲੀਆਂ ਜਿਹੜੀਆਂ ਸਤਰਾਂ ਨੇ ਜਿਨ੍ਹਾਂ 'ਚ ਲਿਖਿਆ ਪ੍ਰਥਮ ਭਗਵਤੀ ਸਿਮਰਕ ਹੈ, ਉਹ ਕਹਿੰਦੇ ਭਗਵਤੀ ਸਿਮਰਨ ਕਰਨ ਦੀ ਹਦਾਇਤ ਹੈ। ਇਹਦੇ ਬਾਰੇ ਕੀ ਵਿਚਾਰ ਨੇ? ਇਹ ਸਾਡੇ ਕੋਲ ਸਵਾਲ ਆਇਆ। ਤੋ ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ ਕਿ ਮੇਰੇ ਕੋਲ ਇਸ ਵੇਲੇ ਹੱਥ ਵਿੱਚ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਕਿ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛਪੀ ਹੋਈ ਹੈ। ਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੀ ਅਸਲ ਕਾਪੀ ਹੈ। ਤੋ ਇਹਦੇ ਪੰਨਾ 9 ਤੇ ਲਿਖਿਆ ਕਿ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸੋ। ਤੇ ਇਹਦੇ 'ਚ ਨਾ ਸੰਪੂਰਨ ਜਿਹੜੀ ਅਰਦਾਸ ਹੈ ਉਹਦਾ ਟੈਕਸਟ ਇੱਥੇ ਮਰਿਆਦਾ ਦੇ ਵਿੱਚ ਦਿੱਤਾ ਗਿਆ। ਸੰਪੂਰਨ ਟੈਕਸਟ ਦੇਣ ਦਾ ਮਤਲਬ ਇਹ ਹੈ ਕਿ ਜਿਸ ਵੇਲੇ ਅਸੀਂ ਸੰਗਤੀ ਅਰਦਾਸ ਕਰਨੀ ਹੈ ਉਸ ਵੇਲੇ ਅਰਦਾਸ ਦੀ ਵਰਡਿੰਗ ਇਹ ਹੋਣੀ ਚਾਹੀਦੀ ਹੈ। ਸਿਰਫ ਅਖੀਰਲਾ ਜਿਹੜਾ ਬੰਦ ਹੈ ਉਹਦੇ ਵਿੱਚ ਅਸੀਂ ਆਪਣੀ ਕੋਈ ਵਾਹਿਗੁਰੂ ਜੀ ਪ੍ਰਤੀ ਕੋਈ ਆਪਣੀ ਮਨ ਦੀ ਮਨਸ਼ਾ ਕੋਈ ਬੇਨਤੀ ਕਰਨੀ ਹੈ, ਕਰ ਸਕਦੇ ਹਾਂ। ਪਰ ਬਾਕੀ ਜਿਹੜੀ ਇਹ ਟੈਕਸਟ ਹੈਗਾ ਇਸ ਅਰਦਾਸ ਦਾ ਉਹ ਬਿਲਕੁਲ ਕੋਡੀਫਾਈਡ ਹੈ। ਇਹਦੇ ਵਿੱਚ ਲਿਖਿਆ ਅੱਖਰ ਬਾਏ ਅੱਖਰ। ਤੇ
ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਬਿਲਕੁਲ ਇਹੀ ਇਸੇ ਤਰ੍ਹਾਂ ਅਰਦਾਸ ਜਿਹੜੀ ਹੈ ਕਰੀਏ, ਔਰ ਕੀਤੀ ਜਾਂਦੀ ਹੈ। ਤੋ ਇਸ ਲਈ ਮੇਰੀ ਸਵਾਲਕਰਤਾ ਨੂੰ ਇੱਕ ਸਿੰਪਲ ਗੁਜ਼ਾਰਿਸ਼ ਹੈ ਕਿ ਜਿਹੜੀ ਚੀਜ਼ ਕੋਡੀਫਾਈਡ ਹੈ ਉਹਦੇ 'ਚ ਕੋਈ ਅਸੀਂ ਵਾਧਾ ਘੱਟ ਨਹੀਂ ਕਰ ਸਕਦੇ, ਤੇ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਵੀ ਜਿਹੜਾ ਉਹ ਅਸੀਂ ਨਹੀਂ ਕਰ ਸਕਦੇ। ਇਹ ਤਾਂ ਜਿਨ੍ਹਾਂ ਨੇ ਮਰਿਆਦਾ ਬਣਾਈ ਹੈ, ਭਾਵ ਸਿੱਖ ਪੰਥ ਨੇ, ਉਹੀ ਇਹਨੂੰ ਜੇ ਇਹਦੀ ਇੰਟਰਪ੍ਰੀਟੇਸ਼ਨ, ਭਾਵ ਜੇ ਕੋਈ ਚੇਂਜ ਆਲਟਰੇਸ਼ਨ ਜਾਂ ਕੁਝ ਵੀ ਹੈ ਉਹ ਕਰ ਸਕਦੇ ਨੇ। ਤੋ ਸਾਨੂੰ ਤਾਂ ਕਿਉਂਕਿ ਸਿੱਖ ਰਹਿਤ ਮਰਿਆਦਾ 'ਚ ਹੈ, ਔਰ ਸਿੱਖ ਰਹਿਤ ਮਰਿਆਦਾ ਹਰੇਕ ਸਿੱਖ ਨੂੰ ਮੰਨਣੀ ਚਾਹੀਦੀ ਹੈ। ਇਹ ਇੰਝ ਸਮਝ ਲਓ ਕਿ ਪੰਥ ਦਾ ਹੁਕਮ, ਕਿਉਂਕਿ ਜੇ ਅਸੀਂ ਮਰਿਆਦਾ ਵਿੱਚ ਰਵਾਂਗੇ ਤੇ ਅਸੀਂ ਬਿਲਕੁਲ ਇਕਸਾਰਤਾ ਵਿੱਚ ਰਵਾਂਗੇ, ਤੇ ਇਕਸਾਰਤਾ 'ਚ ਰਹਿਣ ਲਈ ਪੰਥ ਨੂੰ ਇੱਕ ਮੁੱਠ ਰੱਖਣ ਲਈ ਔਰ ਇੱਕ ਨਿਸ਼ਾਨ ਥੱਲੇ ਰਹਿਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹਦਾ ਇਨ ਬਿਨ ਪਾਲਣ ਕਰੀਏ, ਜਦ ਤੱਕ ਇਹਦੇ ਵਿੱਚ ਕੋਈ ਅਮੈਂਡਮੈਂਟ ਨਹੀਂ ਹੁੰਦੀ। ਕਿਸੇ ਇੱਕ ਵਿਅਕਤੀ ਨੂੰ ਜਾਂ ਕਿਸੇ ਇੱਕ ਸੰਸਥਾ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਇਹਦੇ ਵਿੱਚ ਕੋਈ ਵਾਧਾ ਘਾਟਾ ਕਰ ਸਕੇ। ਇਸੇ ਤਰ੍ਹਾਂ ਵੀਰ ਜੀ ਨੇ ਜਿਹੜਾ ਸਵਾਲ ਕੀਤਾ ਵੀ ਇਹ ਭਗੌਤੀ ਬਾਰੇ, ਉਹਦੇ ਬਾਰੇ ਇਸ ਕਰਕੇ ਅਸੀਂ ਆਪਣੀ ਕੋਈ ਰਾਏ ਜਿਹੜੀ ਹੈ ਉਹ ਨਹੀਂ ਦੇ ਸਕਦੇ। ਆਪ ਜੀ ਸਿੱਖ ਰਹਿਤ ਮਰਿਆਦਾ ਨੂੰ ਰੈਫਰ ਕਰਕੇ ਦੇਖ ਲਓ ਜੀ। ਇਹ ਬੇਨਤੀ ਹੈ ਪ੍ਰਵਾਨ ਕਰਨੀ ਜੀ, ਖਿਮਾ ਕਰਨਾ ਕਿ ਤੁਸੀਂ ਜਿਸ ਤਰ੍ਹਾਂ ਉਹਦਾ ਉੱਤਰ ਮੰਗਿਆ ਉਹ ਅਸੀਂ ਉਹਦਾ ਨਹੀਂ ਦੇ ਸਕਦੇ, ਕਿਉਂਕਿ ਸਾਨੂੰ ਉਹਦੇ ਬਾਰੇ ਜ਼ਿਆਦਾ ਇਹਦਾ ਨਹੀਂ ਹੈ। ਕਿਉਂਕਿ ਮੈਂ ਰਿਪੀਟ ਕਰ ਰਿਹਾ ਕਿ ਜਿਹੜੀ ਚੀਜ਼ ਕੋਡੀਫਾਈਡ ਹੋ ਜਾਏ ਉਹਨੂੰ ਆਪਾਂ ਅੱਗੇ ਪਿੱਛੇ ਨਹੀਂ ਕਰ ਸਕਦੇ, ਨਾ ਉਹਦੇ ਬਾਰੇ ਕੋਈ ਇੰਟਰਪ੍ਰੀਟੇਸ਼ਨ ਆਪਣੀ ਜ਼ਾਤੀ ਰਾਏ ਦੇ ਸਕਦੇ। ਮੈਂ ਖਿਮਾ ਵੀ ਮੰਗਦਾ ਸਵਾਲਕਰਤਾ ਤੋਂ, ਔਰ ਆਸ ਕਰਦਾ ਕਿ ਆਪ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ। ਸਵਾਲ ਜ਼ਰੂਰ ਪਾਓ, ਜਿੱਥੋਂ ਤੱਕ ਜਿਹੜਾ ਉੱਤਰ ਲੱਭ ਸਕਦਾ ਉਹ ਅਸੀਂ ਕੋਸ਼ਿਸ਼ ਕਰੀ ਦੀ ਦੇਣ ਦੀ। ਅੱਜ ਦੇ ਸਵਾਲਾਂ ਬਾਰੇ ਵੀ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਤੋ ਆਓ ਸਾਧ ਸੰਗਤ ਜੀ, ਆਪਾਂ ਅਗਲੇ ਸਵਾਲ ਜਿਹੜਾ ਉਹਦੇ ਵੱਲ ਰੁਖ ਕਰਦੇ ਹਾਂ। ਅਗਲਾ ਸਵਾਲ ਜਿਹੜਾ ਇਹ ਸਾਹ ਅਮਰਜੀਤ ਸਿੰਘ ਖਜੂਰੀਆ ਇੱਥੇ ਟੋਰਾਂਟੋ ਤੋਂ ਨੇ, ਉਹਨਾਂ ਨੇ ਭੇਜਿਆ। ਉਹਨਾਂ ਦਾ ਸਵਾਲ ਹੈ ਕਿ ਰਾਮਕਲੀ ਕੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 965, ਉਹਦੇ 'ਚ ਸ਼ਲੋਕ ਹੈ ਜਿਹਦਾ ਸਿਰਲੇਖ ਹੈ ਨਾਲ ਮਹਿਲਾ 5ਵਾਂ, ਕਬੀਰਾ ਹਮਰਾ ਕੋਲ ਹੈ। ਇਸੇ ਤਰ੍ਹਾਂ 966 ਪੰਨੇ ਤੇ ਅਗਲੇ ਪੰਨੇ ਤੇ ਹੀ ਬਾਬਾ ਫਰੀਦ ਜੀ ਦਾ ਖਿਮਾ ਕਰ ਅਗਲਾ ਸ਼ਲੋਕ ਹੈ ਦੂਜੇ ਪੰਨੇ ਤੇ ਵੀ, ਉਹ ਵੀ ਮਹਿਲਾ 5ਵਾਂ, ਤੇ ਉਹਦੀ ਵੀ ਜਿਹੜੀ ਸ਼ਬਦਾਵਲੀ ਹੈ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ। ਹੁਣ ਇਹ ਸਾਮਰਜੀਤ ਸਿੰਘ ਜੀ ਪੁੱਛਦੇ ਨੇ ਕਿ ਇਹ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੇ ਸ਼ਲੋਕ ਨੇ ਭਗਤ ਸਾਹਿਬਾਨ ਦੇ ਸ਼ਲੋਕਾਂ ਦੇ ਉੱਤਰ ਵਿੱਚ ਦਿੱਤੇ ਨੇ, ਜਾਂ ਕੀ ਇਹਦੇ ਕਿਉਂ ਦਿੱਤੇ ਨੇ, ਇਹਦੇ ਬਾਰੇ ਉਹ ਥੋੜਾ ਵਿਸਥਾਰ ਚਾਹੁੰਦੇ ਨੇ ਵੀ ਆਇਆ ਭਗਤ ਸਾਹਿਬ ਦੇ ਸ਼ਲੋਕਾਂ ਦਾ ਉੱਤਰ ਨੇ, ਕਿਉਂਕਿ ਇਹ ਸੇਮ ਸ਼ਲੋਕ ਜਿਹੜੇ ਨੇ ਜਿਸ ਵੇਲੇ ਬਾਬਾ ਫਰੀਦ ਜੀ ਦੇ, ਭਗਤ ਕਬੀਰ ਜੀ ਦੇ ਸ਼ਲੋਕ ਆਉਂਦੇ ਨੇ, ਉਹਨਾਂ ਵਿੱਚ ਵੀ ਇਹ ਰਿਪੀਟਡ ਨੇ। ਤਾਂ ਇਸ ਕਰਕੇ ਅਮਰਜੀਤ ਸਿੰਘ ਜੀ ਦਾ ਸਵਾਲ ਹੈ ਕਿ ਇਹ ਦੱਸਿਆ ਜਾਏ ਵੀ ਆਇਆ ਉਹਨਾਂ ਦਾ ਉੱਤਰ ਹੈ ਜਾਂ ਨਹੀਂ। ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ, ਕਿਰਪਾ ਕਰੋ ਅਨਮਿਊਟ ਕਰ ਲਓ ਔਰ ਸਾਨੂੰ ਇਹਦੇ ਬਾਰੇ ਚਾਨਣਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਇਹਨਾਂ ਨੇ ਸਵਾਲ ਪੁੱਛਿਆ ਹੈ, ਉਹਨਾਂ ਨੇ ਮੈਂਸ਼ਨ ਕੀਤਾ ਹੀ ਹੈ ਕਿ ਇਹਨਾਂ ਸ਼ਲੋਕਾਂ ਦੇ ਵਿੱਚ ਭਗਤਾਂ ਦੇ ਨਾਮ ਆ ਰਹੇ ਹਨ, ਪਰ ਸਿਰਲੇਖ ਦੇ ਉੱਪਰ ਮਹਿਲਾ 5ਵਾਂ ਲਿਖਿਆ ਹੋਇਆ ਹੈ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਇਹ ਸ਼ਲੋਕ ਰਾਮਕਲੀ ਕੀ ਵਾਰ ਦੇ ਅੰਦਰ ਪੰਨਾ 965 ਔਰ 966 ਤੇ ਵੀ ਮਿਲਦੇ ਹਨ। ਅਤੇ ਜਿੱਥੇ ਭਗਤਾਂ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਬਾਣੀ ਤੋਂ ਮਗਰੋਂ ਹੀਰ ਦੇ ਉੱਤੇ ਦਰਜ ਕੀਤੇ ਗਏ ਹਨ, ਭਗਤ ਕਬੀਰ ਜੀ ਦੇ ਸ਼ਲੋਕ ਤੇ ਭਗਤ ਸ਼ੇਖ ਫਰੀਦ ਜੀ ਦੇ ਸ਼ਲੋਕ, ਉਹਨਾਂ ਸ਼ਲੋਕਾਂ ਦੇ ਵਿੱਚ ਵੀ ਇਹ ਸ਼ਲੋਕ ਸਾਨੂੰ ਇਹਨਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਉਹ ਇਹ ਗੱਲ ਤਾਂ ਸਪਸ਼ਟ ਹੈ ਕਿ ਸਿਰਲੇਖ ਤੋਂ ਕਿ ਸ਼ਲੋਕ ਉਚਾਰਨ ਕੀਤੇ ਹੋਏ ਗੁਰੂ ਅਰਜਨ ਪਾਤਸ਼ਾਹ ਦੇ ਹਨ, ਜਿਸ ਤਰ੍ਹਾਂ ਕਿ ਉੱਪਰ ਸਿਰਲੇਖ ਹੈ ਮਹਿਲਾ 5ਵਾਂ। ਪਰ ਸੰਬੋਧਨ, ਜਿਵੇਂ ਕਿ ਹੁਣ ਇੱਕ ਸ਼ਲੋਕ ਆਪ ਜੀ ਦੇ ਸਾਹਮਣੇ ਮੈਂ ਸ਼ੇਅਰ ਕਰਨ ਲੱਗਾ ਹਾਂ। ਜੀ ਮਹਿਲਾ 5ਵਾਂ ਇਹ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਇਸ ਤਰ੍ਹਾਂ ਦਰਜ ਹੈ, ਮਹਿਲਾ 5ਵਾਂ ਸਿਰਲੇਖ ਦੇ ਨਾਲ, ਤੇ ਅੱਗੇ ਲਫ਼ਜ਼ ਹਨ ਉਹੀ ਜੋ ਪ੍ਰਸ਼ਨ ਦੇ ਵਿੱਚ ਆਏ ਹਨ। ਕਬੀਰਾ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੇ, ਜਿਨ ਇਹ ਰਚਨ ਰਚਾਇਆ ਤਿਸੀ ਮਾਹੇ ਸਮਾਹੇ। ਉਹ ਸ਼ਲੋਕ ਨੰਬਰ ਇੱਥੇ 214 ਦਿੱਤਾ ਗਿਆ ਹੈ ਅੰਕ। ਉਹ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਅੰਦਰ, ਉਸੇ ਲੜੀ ਦੇ ਅੰਦਰ ਹੀ
ਇਹ ਸ਼ਲੋਕ ਦਰਜ ਹੈ ਔਰ ਸਿਰਲੇਖ ਮਹਿਲਾ ਪੰਜਵਾਂ ਹੀ ਹੈ, ਪਰ ਲਾਈਨ ਦੇ ਅੰਦਰ ਲਫ਼ਜ਼ ਕਬੀਰ ਦਾ ਨਾਮ ਯੂਜ਼ ਹੋ ਰਿਹਾ ਹੈ। तो इतों ये गल तो पक्की हो गई कि श्लोक के करता गुरु अर्जन पातशाह ने, पर जिस विषय के बारे, जिस मकसद के बारे गल हो रही है वो कबीर जी के श्लोकों के नाल संबंधित है। इसे करके ही ये गुरु अर्जन पातशाह ने श्लोक कबीर जी के श्लोकों के विच दर्ज किया है। कबीर जी का नाम वरत के इसनूं इहदी रचना की है ते आप ही इसनूं अप्रोप्रीएट जगह के उत्ते जिस श्लोक की व्याख्या वास्ते उन्होंने ये श्लोक उचेचे तौर के उत्ते रचना रच के और दर्ज किया है, वो जगह वो श्लोक भी उन्होंने आप ही चुन के सामने रखा है। तो उसके दर्शन कर दिया श्लोक नंबर 213 दे कि नामा कह तिलोचना मुखते राम संभाल हाथ पांव कर काम सब चीत निरंजन नाल। तो ये भगत कबीर जी का श्लोक से, इस तो पहले 212 नंबर है, नामा माया मोया कहे तिलोचन मीत काहे छिपो छायल है राम ना लावो चीत। तो ये भगत कबीर जी ने नामदेव और तिलोचन जी विचकार जिहड़ी वार्तालाप हुई सी, हथ पाँव नाल काम सब करदियां होइयां भी मन दे अंदर प्रभु की याद नूं वसा के रखण दी जो व्याख्या नामदेव जी ने तिलोचन जी नूं दित्ती सी, ਉਹਦਾ ਜ਼ਿਕਰ ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ 'ਚ ਬੜੇ ਸੰਖੇਪ ਤੌਰ ਦੇ ਉੱਤੇ ਕੀਤਾ ਹੈ। तो गुरु अर्जन पातशाह ਨੂੰ ਇਸ ਸੰਬੰਧ ਦੇ ਵਿੱਚ ਇਹ ਜ਼ਰੂਰ ਮਹਿਸੂਸ ਹੋਇਆ ਹੋਵੇਗਾ ਕਿ ਭਈ ਇਹਦੇ ਤੋਂ ਸ਼ਾਇਦ ਗੱਲ ਪੂਰੀ ਤਰ੍ਹਾਂ ਨਾਲ ਸਪਸ਼ਟ ਨਾ ਹੁੰਦੀ ਹੋਵੇ। तो ਜਿਹੜਾ ਸਿਧਾਂਤ ਹੈ ਕਿ हाथ पांव कर काम सब चीत निरंजन नाल, इस सिद्धांत रूपी जो मैसेज है ਉਹਦੀ थोड़ी होर व्याख्या की जरूरत है। तो उन्होंने फिर ਉਹਦੇ ਨਾਲ ਇਹ जो अपने रचना रच के कबीरा हमरा को नहीं हम किसू के नाहे जिन्हें रचन रचाया तिसी माहे समाहे कह के गल नूं होर स्पष्ट किया कि साडा लगाव होर किसे नाल भी नहीं है। जिस मालिक ने ये रचना की रचना की है, सारी सृष्टि की साजना की है, साडी सुरत जिहड़ी है उसे दे विच ही समाई हुई है। ध्यान साडा होर किसी चीज़ विच नहीं है। हाथ पांव कर काम सब जिहड़ा है वो साडी जीवन निर्वाह की जरूरत है, जिसनों असीं निभाना है, जिम्मेवारी है। तो ये गल नामदेव और त्रिलोचन की जिहड़ी गलबात है ਉਹਦੇ ਵਿੱਚ ਤਾਂ ਇਹ मैसेज कन्वे जरूर होया सी, पर जिहड़ा मुख मैसेज सीगा मेन कि भई हाथ पांव कर काम सब चीत निरंजन नाल, कि सरीरक निर्वाह करदियां होइयां दुनियावी किरतकार करदियां होइयां भी सुरत परमात्मा के नाम के नाल जुड़ी रहिंदी है और रहनी चाहिदी है। इस गल नूं थोड़ी होर खोल के व्याख्या करने वास्ते गुरु अर्जन पातशाह ने इस श्लोक कबीर जी के, क्योंकि श्लोकां दे विच है तो कबीर जी के वल्लों ही मानो उन्होंने एक एडिशनल होर व्याख्या जोड़ दी, पर क्योंकि रचनहार गुरु पातशाह आपने तो उन्होंने ऊपर महला पंजवां ਉਹਦੇ ਉੱਤੇ दर्ज कर दिता। तो ये श्लोक रामकली की वार के अंदर भी उत्थे प्रसंग दे विच ये मैसेज गुरु साहब नूं ढुकवां लग्या होएगा पौड़ी दे नाल, तो उन्होंने इसनूं श्लोक नूं उत्थे भी वरत लिया है, पर लैंगुएज ਉਹਦੀ तब्दील नहीं की है। उत्थे भी सेम ही लैंगुएज रख के गुरु साहब ने इस तरह सिद्धांत जिहड़ा सी उत्थे भी इसका वर्णन कर दिता है कि जिन ये रचन रचाया इसी माहे समाहे। इसे तरह ही जड़ा भगत फरीद जी का श्लोक है जड़ा रामकली की वार दे विच इस्तेमाल होया है, तो फरीदा भूम रंगावली मंझ विसूला बाग। तो हुण जिवें कि आप देख रहे हो कि ये जदों रामकली की वार दे विच आया है तो इसका सिरलेख है श्लोक महला पंजवां और ये अंग 966 के उपर अंकित है। फरीदा भूम रंगावली मंझ विसूला बाग जो नर पीर निवाजिया तिना अंच ना लाग। और बिल्कुल हूबहू इसे ही तरीके दे नाल ये श्लोक दोबारा भी इस्तेमाल होया है। हुण उत्ते सिरलेख है महला पंजवां। हुण ये क्योंकि फरीद जी के श्लोकां दे विच लड़ी दे विच है, श्लोक नंबर 82 की जगह के उत्ते दर्ज होया है, तो इत्थे सिरलेख है महला पंजवां। शब्दावली बिल्कुल सेम है, फरीदा भूम रंगावली मंझ विसूला बाग जो जन पीर निवाजिया तिना अंच ना लाग। तो ये फरीद जी का इस तो पहला जो श्लोक सीगा
श्लोक नंबर 81 कि फरीदा मैं जानिया दुख मुझको दुख सबाया जग ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। तो फरीद जी ने जो ਇਹਦੇ ਵਿੱਚ ਗੱਲ ਕੀਤੀ ਕਿ ਦੁਨੀਆ ਦੇ ਅੰਦਰ ਸਭ ਲੋਕੀ ਮਨੋਂ ਦੁਖੀ ਹਨ, ਸਾਰਾ ਜਗਤ ਹੀ ਦੁੱਖਾਂ ਦਾ ਮਾਰਿਆ ਹੋਇਆ ਨਜ਼ਰ ਆਉਂਦਾ ਹੈ। ਪਰ ਜੇ ਮੈਂ ਆਪਣੀ ਜਿਹੜੀ ਨਿੱਜੀ ਸੋਚ ਤੋਂ ਥੋੜਾ ਉੱਚਾ ਉੱਠ ਕੇ ਦੇਖਾਂ ਤਾਂ ਮੈਨੂੰ ਦੁਨੀਆ ਦੇ ਹਰ ਇਨਸਾਨ ਦੇ ਵਿੱਚ ਇਹ ਦੁੱਖ ਤਕਲੀਫ ਜਿਹੜੀ ਹੈ, ਜਿਹੜਾ ਮਾਇਆ ਦੇ ਉੱਤੋਂ ਦੁਖੀ ਹਨ, ਪ੍ਰਭੂ ਤੋਂ ਵਿਛੜੇ ਹੋਏ ਹਨ, ਇਹ ਗੱਲ ਮੈਨੂੰ ਹਰ ਇਨਸਾਨ ਦੇ ਵਿੱਚ ਨਜ਼ਰ ਆਉਂਦੀ ਹੈ। तो ਉਸੇ ਹੀ ਚੀਜ਼ ਦਾ ਅੱਗੇ ਜਿਹੜੀ ਇੰਪੋਰਟੈਂਟ ਚੀਜ਼ ਉਹਦੇ ਅੰਦਰ ਨੋਟ ਕਰਨ ਵਾਲੀ ਸੀ ਕਿ ਬਈ ਕਿਉਂ ਸਾਰੀ ਦੁਨੀਆ ਦੁਖੀ ਹੈ ਤੇ ਕਿਉਂ ਨਹੀਂ ਉਹਨਾਂ ਨੂੰ ਪ੍ਰਭੂ ਦੇ ਨਾਲ ਜੁੜਨ ਦਾ ਵਿਚਾਰ ਮਨ ਵਿੱਚ ਆਉਂਦਾ। ਤੇ ਉਹ ਇਸ ਕਰਕੇ ਹੈ ਕਿ ਉਹ ਲੋਕ ਰਿਅਲਾਈਜ਼ ਨਹੀਂ ਕਰਦੇ ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਉਹ ਮਿਲਿਆ ਹੀ ਸਿਰਫ ਇਸ ਮਕਸਦ ਵਾਸਤੇ ਹੈ। ਦੁਨੀਆ ਦੇ ਵਿੱਚ ਖਾਣ ਪੀਣ ਤੇ ਐਸ਼ ਕਰਨ ਵਾਸਤੇ ਮਨੁੱਖਾ ਜਨਮ ਨਹੀਂ ਮਿਲਿਆ। ਉਹ ਕੰਮ ਤਾਂ ਹੋਰ ਕਈ ਦੁਨੀਆ 'ਚ ਵੀ ਜੀਵ ਜੰਤ ਕਰਦੇ ਹੀ ਕਰਦੇ ਹਨ। ਖਾਣਾ ਪੀਣਾ, ਬੱਚੇ ਪੈਦਾ ਕਰਨੇ ਤੇ ਉਮਰ ਗੁਜ਼ਾਰ ਕੇ ਤੇ ਤੁਰ ਜਾਣਾ, ਇਹ ਕੰਮ ਤਾਂ ਦੂਜੀਆਂ ਦੁਨੀਆ 'ਚ ਵੀ ਹੋ ਜਾਂਦੇ ਹਨ। ਪ੍ਰਭੂ ਦੀ ਪ੍ਰਾਪਤੀ ਦਾ ਜੋ ਮੌਕਾ ਸੁਨਹਿਰਾ ਮਨੁੱਖਾ ਜਨਮ ਦੇ ਵਿੱਚ ਮਿਲਦਾ ਹੈ, ਉਸ ਦੀ ਇੰਪੋਰਟੈਂਸ ਨੂੰ ਜਿਹੜੇ ਲੋਕ ਨਹੀਂ ਸਮਝਦੇ ਉਹ ਫਿਰ ਇਹੀ ਤਰ੍ਹਾਂ ਦੇ ਕੰਮ ਕਰਕੇ ਆਪਣਾ ਜਨਮ ਗਵਾ ਲੈਂਦੇ ਹਨ ਤੇ ਦੁਖੀ ਜੀਵਨ ਬਤੀਤ ਕਰਦੇ ਹਨ। तो इस मनुखा जूनी की इंपॉर्टेंस ਨੂੰ ਸਮਝਾਉਂਦਿਆਂ ਹੋਇਆਂ ਗੁਰੂ ਪਾਤਸ਼ਾਹ ਨੇ ਇਸ ਸ਼ਲੋਕ ਦੇ ਅੰਦਰ ਗੱਲ ਕੀਤੀ ਕਿ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕਈ ਪਾਈਆਂ ਜਿੰਨਾ ਪਿਆਰੇ। ਅੱਛਾ, ਇਸ ਤੋਂ ਪਹਿਲਾਂ ਸ਼ਲੋਕ ਅੱਗੇ ਪਿੱਛੇ ਰਹਿ ਗਿਆ। ਹਾਂ, ਤੇ ਇਸ ਤੋਂ ਪਹਿਲਾਂ ਕਿ ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਕਿ ਇਹ ਹੈ ਤਾਂ ਸੁਹਾਵਣੀ ਧਰਤੀ ਪ੍ਰਮਾਤਮਾ ਨੇ ਰਚੀ ਸੀ, ਪ੍ਰਭੂ ਨੇ ਬਣਾਈ ਸੀ, ਪਰ ਇਹਦੇ ਵਿੱਚ ਜੀਵਾਂ ਦੇ ਆਪਣੇ ਵਿਕਾਰਾਂ ਦੇ ਵਿੱਚ ਖਚਤ ਹੋਏ ਰਹਿਣ ਕਰਕੇ ਇਹ ਵਸੂਲਾ ਬਾਗ ਬਣ ਗਿਆ, ਜ਼ਹਿਰੀਲਾ ਬਾਗ ਬਣ ਗਿਆ ਹੈ। ਪਰ ਇਸ ਮਨੁੱਖਤਾ ਵਿੱਚ ਵੀ ਜਿਨ੍ਹਾਂ ਦੇ ਉੱਤੇ ਗੁਰੂ ਪਾਤਸ਼ਾਹ ਦੀ ਪ੍ਰਭੂ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ, ਉਹਨਾਂ ਨੂੰ ਜਿਹੜਾ ਹੈ ਇਹ ਵਿਕਾਰਾਂ ਦੀ ਅੱਗ ਨਹੀਂ ਪਰੇਸ਼ਾਨ ਕਰਦੀ, ਉਹ ਫਿਰ ਇਸ ਦੁੱਖ ਤੋਂ ਬਚੇ ਰਹਿ ਜਾਂਦੇ ਹਨ। ਤੇ ਉਸ ਤੋਂ ਅਗਲੇ ਸ਼ਲੋਕ ਦੇ ਵਿੱਚ ਫਿਰ ਜਿਹੜੀ ਉਹ ਗੱਲ ਹੋਰ ਆ ਗਈ ਹੈ ਕਿ ਉਹ ਵੀ ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੈ। ਅਗਲਾ ਸ਼ਲੋਕ ਵੀ ਹੈ ਕਿ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕਈ ਪਾਈਆਂ ਜਿੰਨਾ ਪਿਆਰੇ ਨੇ। ਸੇਮ ਹੀ ਉਹਦੇ ਚ ਭਾਵ ਹੈ ਕਿ ਮਨੁੱਖਾ ਜਨਮ ਹੈ ਸੁਹਾਵਣਾ, ਸੋਹਣੀ ਦੇਹ ਵਾਲਾ ਹੈ, ਪਰ ਕਿਸੇ ਵਿਰਲੇ ਨੂੰ ਹੀ ਪ੍ਰਭੂ ਦੇ ਪਿਆਰ ਦੀ ਸੋਝੀ ਪ੍ਰਾਪਤ ਹੁੰਦੀ ਹੈ। तो फरीद जी के श्लोक की जड़ा उन्होंने दुनिया के बहुतात में दुखों तो पीड़ित होने की गल की सी, उहदी वजह खोल के गुरु अर्जन पातशाह ने समझाया है ते नाल ही मैसेज दिता है कि यह मनुखा जन्म असल में किस मकसद वास्ते मिलिया है ते कोई विरले ही हैं जिहड़े इस मकसद को समझ के अपना जीवन सफल करते हैं। तो दोनों ही जगह ते असीं ये देखते हाँ कि भगतां दे जो श्लोकां की होर वधेरे खोल के व्याख्या करने वास्ते गुरु अर्जन पातशाह ने आप अपने श्लोकों की रचना की, उन्होंने अपरोप्रीएट जगह के उत्ते दर्ज किया ते लोड़ पैन के उत्ते उन्हां ही श्लोकों को आप जी ने रामकली की वार दे विच भी उसे प्रसंग के अनुकूल उन्हां दी वरतों उत्थे भी कर लई ते इस तरीके दे नाल ये श्लोक दो जगह के उत्ते महला पंजवां दे सिरलेख के अनुसार मिलते हैं। तो इतने ही वचन प्रवान करने जी। वाहिगुरू जी का खालसा वाहिगुरू जी की फतेह। धन्यवाद वीर MP सिंह जी, आप जी ने पूरे विस्तार नाल और क्यों कित्थे आया ये दस दिता कि ये कंट्राडिक्शन नहीं है, बल्कि जग्यासू नूं समझाउण लई जिहड़ियां गल्लां थोड़ियां ज़्यादा डूंघियां ने गुरु महाराज ने अपने नूं श्लोक रचिया तां जे जिस वेले आपां बाणी दा पाठ करिए सानूं सौखा समझ पै जे। ये पातशाह जी ने कृपा की। मैं आस करदा वीर अमरजीत सिंह जी, बाकी संगत भी, कि ये जिहड़ा वीर जी ने उत्तर दिता MPC जी ने ये पूरे डिटेल नाल और पूरा चानना पाउंदा ते सानू शक नहीं होना चाहिए भी एक तो दूजी थां ते अगर सेम बाणी आई है तो वो पिछे एक संपादना का कमाल है गुरु अर्जन साहब जी। तो धन्यवाद जी। तो साध संगत जी, अगला जिहड़ा सवाल है वो सवाल करता लिखते हैं जी, मरहट लग
ਸਭ ਲੋਗ ਕੁਟੰਬ ਮਿਲ ਹੰਸ ਅਕੇਲਾ ਜਾਏ। ਹੰਸ ਤਾਂ ਸਵਾਸ ਖਤਮ ਹੋਣ ਤੇ ਹੀ ਉੱਡ ਜਾਂਦਾ ਹੈ। ਤੋ ਮਰਗਟ ਭਾਵ ਜਿਹੜਾ ਸ਼ਮਸ਼ਾਨ ਭੂਮੀ ਜਾਂ ਕਬਰਸਤਾਨ ਕਹਿੰਦੇ ਆ, ਜਾਣ ਤੋਂ ਪਹਿਲਾਂ ਨਿਕਲ ਜਾਂਦਾ ਸਵਾਸ। ਇੱਥੇ ਮਰਗਟ ਤੋਂ ਬਾਅਦ ਲਫ਼ਜ਼ ਲਿਖਿਆ, ਇਹਦਾ ਕੀ ਮਤਲਬ ਹੈ? ਤੇ ਇਹ ਸਤਸੰਗ ਜੀ, ਇਹ ਜਿਹੜੀ ਗੁਰਬਾਣੀ ਦੀ ਤੁਕ ਹੈ, ਇਹ ਕਬੀਰ ਸਾਹਿਬ ਜੀ ਦੇ ਸੋਰਠ ਰਾਗ, ਜਿਹੜਾ ਰਾਗ ਵਿੱਚ ਸ਼ਬਦ ਹੈ ਕਿ ਜਬ ਜਰੀਏ ਤਬ ਹੋਏ ਪਸਮ ਧਨ, ਉਹਦੇ ਵਿੱਚੋਂ ਲਈ ਗਈ ਹੈ। ਤੋ ਇਹ ਜਿਹੜਾ ਸਵਾਲ ਕਰਤਾ ਦਾ ਜਿਹੜਾ ਵਿੱਚ ਉਹਨਾਂ ਨੂੰ ਥੋੜਾ ਸ਼ੱਕ ਜਿਹਾ ਲੱਗਿਆ ਜਾਂ ਕਲੈਰੀਫਿਕੇਸ਼ਨ ਚਾਹੁੰਦੇ ਨੇ, ਉਹਦੇ ਲਈ ਵੀਰ ਤੇਜਿੰਦਰ ਸਿੰਘ ਜੀ ਤੁਸੀਂ ਕਿਰਪਾ ਕਰੋ, ਇਹਦੇ ਬਾਰੇ ਸਾਨੂੰ ਚਾਨਣਾ ਪਾਓ ਜੀ। ਮਰਹਟ ਲੱਗ ਸਭ ਲੋਕ ਕੁਟੰਬ ਮਿਲ ਹੰਸ ਅਕੇਲਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਸਵਾਲ ਆਪ ਜੀ ਨੂੰ ਪੜ੍ਹ ਕੇ ਸੁਣਾਇਆ ਹੈ, ਤੋ ਇਸ ਸਵਾਲ ਦੇ ਜਵਾਬ ਵਾਸਤੇ ਸਾਨੂੰ ਗੁਰਬਾਣੀ ਦੇ ਜਿਹੜੇ ਸ਼ਬਦ ਹਨ ਇਸ ਪ੍ਰਥਾਏ, ਉਸ ਦੀ ਸਾਨੂੰ ਥੋੜੀ ਜਿਹੀ ਜਿਹੜੀ ਹੈ ਉਹ ਸਟੱਡੀ ਕਰਨੀ ਪਏਗੀ। ਤੋ ਇਸੇ ਤਰੀਕੇ ਦਾ ਇੱਕ ਸ਼ਬਦ ਜੋ ਹੈ ਜਿਹਦੇ ਚ ਮਨੁੱਖ ਦੇ ਸਰੀਰ ਤਿਆਗਣ ਤੋਂ ਬਾਅਦ ਜੋ ਹੈ ਲੋਕ ਕਿਸ ਤਰ੍ਹਾਂ ਉਸ ਸਰੀਰ ਨੂੰ ਲੈ ਕੇ ਜਾਂਦੇ ਹਨ ਮਰਗੜ ਵਿੱਚ। ਮਰਗੜ ਦਾ ਮਤਲਬ ਸ਼ਮਸ਼ਾਨ ਭੂਮੀ, ਕ੍ਰਿਮੇਸ਼ਨ ਗਰਾਊਂਡ। ਤੇ ਉੱਥੇ ਨਾਲ ਨਾਲ ਕੌਣ ਕੌਣ ਜਿਹੜਾ ਜਾਂਦਾ ਹੈ ਔਰ ਕਿਸ ਤਰ੍ਹਾਂ ਜਿਹੜੀ ਗੱਲ ਹੰਸ ਅਕੇਲੇ ਦੀ ਗੱਲ ਹੈ ਉਸ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ। ਤੋ ਕੇਦਾਰਾ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਜਿਹੜਾ ਹੈ ਉਹ ਇੱਕ ਸ਼ਬਦ ਹੈ, 4 ਦਿਨ ਆਪਣੀ ਨੌਬਤ ਚਲੇ ਬਜਾਏ, ਇਤਨਕ ਖਟਿਆ ਗਠਿਆ ਮਟਿਆ ਸੰਗ ਨਾ ਕਛੂ ਲੈ ਜਾਏ। ਦੇਰੀ ਬੈਠੀ ਮਹਿਰੀ ਰੋਵੇ ਦੁਆਰੇ ਲਓ ਸੰਗ ਮਾਏ, ਮਰਹਟ ਲਗ ਸਭ ਲੋਗ ਕੁਟੰਬ ਮਿਲ ਹੰਸ ਅਕੇਲਾ ਜਾਏ। ਤੋ ਇਸ ਸ਼ਬਦ ਵਿੱਚ ਵੀ ਸਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਮਨੁੱਖ ਜੇ ਰਾਜਾ ਵੀ ਬਣ ਜਾਏ ਤੇ ਥੋੜੇ ਹੀ ਦਿਨ ਰਾਜ ਮਾਣ ਕੇ ਇੱਥੋਂ ਤੁਰ ਪੈਂਦਾ ਹੈ, ਤੋ ਉਹ ਜਿਤਨਾ ਵੀ ਧਨ ਜੋੜ ਲਵੇ ਉਸ ਸਮੇਂ ਦੇ ਅੰਦਰ ਆਪਣੇ ਰਾਜ ਦੇ ਦੌਰਾਨ, ਤੇ ਉਸ ਨੂੰ ਗੰਢਾਂ ਬੰਨ ਲਵੇ ਉਸ ਧਨ ਦੀਆਂ ਜਾਂ ਜ਼ਮੀਨ ਵਿੱਚ ਦਬ ਲਵੇ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਜਿਹੜੀ ਹੈ ਉਸ ਦੇ ਨਾਲ ਨਹੀਂ ਜਾਣੀ। ਉਸ ਨੂੰ ਖਾਲੀ ਹੱਥੀ ਇਸ ਸੰਸਾਰ ਦੇ ਵਿੱਚੋਂ ਜਿਹੜਾ ਹੈ ਜਾਣਾ ਪਏਗਾ। ਇਹ ਰਹਾਉ ਦੀ ਪੰਕਤੀ ਹੈ ਇਸ ਸ਼ਬਦ ਦੀ। ਤੋ ਇਸ ਦੇ ਨਾਲ ਹੀ ਜਿਹੜੀ ਗੱਲ ਕਲੀਅਰ ਹੋਣੀ ਹੈ ਕਿ ਹੰਸ ਅਕੇਲਾ ਕਿਵੇਂ ਜਾਏਗਾ। ਭਾਵ ਜਿਹੜੀ ਜੀਵ ਆਤਮਾ ਹੈ, ਜੀਵ ਆਤਮਾ ਨੇ ਇਸ ਸਰੀਰ ਨੂੰ ਛੱਡ ਕੇ ਚਲੇ ਜਾਣਾ ਹੈ, ਔਰ ਸਰੀਰ ਜਿਹੜਾ ਮਿੱਟੀ ਹੈ ਉਹ ਮਿੱਟੀ ਦੇ ਵਿੱਚ ਰਲ ਜਾਣਾ। ਤੋ ਜਿਸ ਵੇਲੇ ਪ੍ਰਾਣੀ ਦਾ ਸਰੀਰ ਜਿਹੜੇ ਸਵਾਸ ਮੁੱਕ ਜਾਂਦੇ ਹਨ ਤਾਂ ਉਸ ਵੇਲੇ ਕੀ ਅਵਸਥਾ ਹੈ ਉਹ ਬਿਆਨ ਕਰ ਰਹੇ ਹਨ ਭਗਤ ਕਬੀਰ ਜੀ। ਦੇਹਰੀ ਬੈਠੀ ਮਹਿਰੀ ਰੋਵੇ ਦੁਆਰੇ ਲਓ ਸੰਗ ਮਾਏ, ਕਿ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਘਰ ਦੀ ਦਲੀਜ ਉੱਤੇ ਬੈਠੀ ਵਹੁਟੀ, ਮਹਿਰੀ ਦਾ ਮਤਲਬ ਹੈ ਵਹੁਟੀ, ਰੋਂਦੀ ਹੈ। ਬਾਹਰਲੇ ਬੂਹੇ ਤੱਕ ਉਸਦੀ ਮਾਂ ਉਸਦੇ ਮੁਰਦਾ ਸਰੀਰ ਦਾ ਸਾਥ ਕਰਦੀ ਹੈ। ਮਰਹਟ ਲੱਗ ਸਭ ਲੋਕ ਕੁਟੰਬ ਮਿਲ, ਮਸਾਨਾ ਤੱਕ, ਕ੍ਰਿਮੇਸ਼ਨ ਗਰਾਊਂਡ ਤੱਕ ਹੋਰ ਲੋਕ ਦੇ ਪਰਿਵਾਰ ਬੰਦੇ ਜਾਂਦੇ ਹਨ, ਪਰ ਜਿੰਦ ਅਕੇਲੀ ਹੀ ਜਾਂਦੀ ਹੈ। ਜਿਸ ਦਾ ਭਾਵ ਅੱਗੇ ਜਾ ਕੇ ਸਮਝਾਇਆ ਹੈ ਕਿ ਉਹ ਅੰਤ ਵੇਲੇ ਜਿਹੜਾ ਹੈ ਸਰੀਰ ਦੇ ਵਿੱਚ ਉਹ ਜੀਵ ਆਤਮਾ ਜਿਹੜੀ ਹੈ ਜਿਸ ਨੂੰ ਹੰਸ ਕਿਹਾ ਗਿਆ ਹੈ। ਤੋ ਇਸ ਸਰੀਰ ਦੇ ਅੰਦਰ ਅਸੀਂ ਇਸ ਨੂੰ ਸਮਝੀਏ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੇ ਸਾਨੂੰ ਸਮਝਾਇਆ ਹੈ ਕਿ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਕਿ ਇਸ ਮਾਸ ਦੇ ਲੋਥੜੇ ਦੇ ਅੰਦਰ ਕੋਈ ਹਲਚਲ ਨਹੀਂ ਸੀ। ਜਿਹੜਾ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਿਹਾ ਸੀ, ਤਾਂ ਉਸ ਵਕਤ ਪਰਮਾਤਮਾ ਨੇ ਕੀ ਕੀਤਾ, ਆਪਣੀ ਜਿਹੜੀ ਜਿੰਦ ਹੈ ਜਿਸ ਨੂੰ ਜੀਵ ਆਤਮਾ ਕਹਿੰਦੇ ਹਨ, ਉਸ ਨੂੰ ਸਰੀਰ ਦੇ ਵਿੱਚ ਇੰਟਰੋਡਿਊਸ ਕੀਤਾ। ਤੇ ਉਹ ਮਾਸ ਦਾ ਲੋਥੜਾ ਜਿਹੜਾ ਸੀਗਾ, ਜਿਹੜਾ ਜਿਹਦੇ ਅੰਦਰ ਕੋਈ ਜਿੰਦ ਜਾਨ ਨਹੀਂ ਸੀ, ਉਹ ਜਿਹੜੀ ਜਿੰਦ ਜਾਨ ਜਿਹੜੀ ਹੈ ਉਹਦੇ ਚ ਹਲਚਲ ਪੈਦਾ ਹੋ ਗਈ। ਤੇ ਮਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਅੰਦਰ ਬੱਚਾ ਜਿਹੜਾ ਹੈ ਉਹ ਡਿਵੈਲਪ ਹੋ ਗਿਆ ਤੇ ਉਹ ਹੁਣ ਹਲਚਲ ਕਰ ਰਿਹਾ ਹੈ। ਉਹ ਮਾਂ ਜਿਹੜੀ ਆਨੰਦਿਤ ਹੋ ਜਾਂਦੀ ਹੈ। ਤੋ ਇੱਥੇ ਇਸ ਗੱਲ ਸਮਝਣੀ ਸਾਨੂੰ ਹੈਗੀ ਹੈ, ਜਿਹੜੀ ਸੋਰਠ ਰਾਗ ਦੇ ਵਿੱਚ ਜਿਹੜੀ ਗੱਲ ਭਗਤ ਕਬੀਰ ਜੀ ਨੇ ਸਮਝਾਈ ਹੈ ਕਿ ਮਰਤੀ ਬਾਰ ਲੇਹੋ ਲਿਓ ਕਰੀਏ ਭੂਤ ਰਹਿਣ ਕਿਉਂ ਦਿਆ, ਕਿ ਜਿਸ ਵੇਲੇ ਸਰੀਰ ਜਿਹੜਾ ਹੈ ਉਹਦੀ ਮੌਤ ਹੋ ਜਾਂਦੀ ਹੈ, ਸਵਾਸ ਖਤਮ ਹੋ ਜਾਂਦੇ ਹਨ, ਤਾਂ ਮੌਤ ਆਈ ਤਾਂ ਸਭ ਇਹੀ ਆਪਣੇ ਕਹਿਣ ਲੱਗ ਪੈਂਦੇ ਹਨ ਕਿ ਚਲੋ ਚਲੋ ਲੈ ਕੇ ਚਲੋ,
ਇਹ ਹੁਣ ਬੀਤ ਚੁੱਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ਹੈ। ਤੋ ਦੇਹਰੀ ਲਓ ਬੜੀ ਨਾਰ ਸੰਗ ਪਈ, ਉਹੀ ਚੀਜ਼ ਜਿਹੜੀ ਉਸ ਕੇਦਾਰਾ ਰਾਗ ਵਿੱਚ ਗੱਲ ਸਮਝਾਈ ਸੀ, ਇੱਥੇ ਵੀ ਇਹੀ ਸਮਝਾ ਰਹੇ ਨੇ ਕਿ ਘਰ ਦੀ ਬਾਹਰ ਜਿਹੜੀ ਘਰ ਵਾਲੀ ਹੈ ਉਹ ਬਾਹਰਲੀ ਦਲੀਲ ਤੱਕ ਵਹੁਟੀ ਉਸ ਮੁਰਦੇ ਦੇ ਨਾਲ ਜਾਂਦੀ ਹੈ। ਅਗਾਂਹ ਸੱਜਣ ਮਿੱਤਰ ਚੁੱਕ ਕੇ ਜਿਹੜੇ ਹਨ ਉਹ ਲੈ ਜਾਂਦੇ ਹਨ। ਮਰਗਟ ਲਓ ਸਭ ਲੋਕ ਕੁਟੰਬ ਭਇਓ, ਮਸਾਨਾ ਤੱਕ ਪਰਿਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿੱਚ ਤਾਂ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ, ਆਗੇ ਹੰਸ ਇਕੱਲਾ। ਉਹ ਇੱਥੇ ਹੰਸ ਇਕੱਲੇ ਦੀ ਜਿਹੜੀ ਗੱਲ ਹੈ, ਜਿਹੜੀ ਉਹਨਾਂ ਨੇ ਕੁਐਸਚਨ ਦੇ ਵਿੱਚ ਰੇਜ਼ ਕੀਤਾ ਹੈ ਕਿ ਉਹ ਮਰਗਟ ਤੇ ਗੱਲ ਕਿਉਂ ਕਰ ਰਹੇ ਨੇ। ਗੱਲ ਇਹ ਹੈ ਕਿ ਇਹ ਪੂਰੀ ਜਿਹੜੀ ਇੱਕ ਸੀਕੁਐਂਸ ਨੂੰ ਉਹਨਾਂ ਨੇ ਡਿਵੈਲਪ ਕੀਤਾ ਹੈ ਕਿ ਜਿਸ ਵੇਲੇ ਸਵਾਸ ਖਤਮ ਹੋ ਜਾਂਦੇ ਹਨ, ਗੁਰਮਤਿ ਇਹ ਸਾਨੂੰ ਸਮਝਾਉਂਦੀ ਹੈ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ 33 ਸਵਈਆਂ ਦੇ ਵਿੱਚੋਂ ਅਖੀਰਲਾ ਸਵਈਆ ਹੈ, ਤੋ ਤਨ ਤਿਆਗਤ ਹੀ ਸੁਨਰੇ ਜੜ ਪ੍ਰੇਤ ਬਖਾਣ ਤ੍ਰਿਆ ਭਜ ਜਾਈ ਹੈ, ਪੁੱਤਰ ਕਲੱਤਰ ਸੋ ਮਿੱਤਰ ਸਖਾ ਇਹ ਬੇਗ ਨਿਕਾਲੋ ਆਏ ਸਦਈ ਹੈ, ਭਵਨ ਭੰਡਾਰ ਤਰਾਗੜ ਜੇਤਕ ਛਾੜਤ ਪ੍ਰਾਣ ਬਿਗਾਨ ਕਈ ਹੈ, ਚੇਤ ਰੇ ਚੇਤ ਅਚੇਤ ਮਹਾਪਸ ਅੰਤ ਕੀ ਬਾਰ ਅਕੇਲੋ ਹੀ ਜਾਈ ਹੈ। ਕਿ ਅੰਤ ਵੇਲੇ ਸਰੀਰ ਤੇ ਤੇਰਾ ਇੱਥੇ ਰਹਿ ਜਾਣਾ, ਉਸ ਨੂੰ ਤਾਂ ਪਰਿਵਾਰ ਵਾਲਿਆਂ ਨੇ ਉਹਦੀ ਸੰਭਾਲ ਕਰਨੀ ਹੈ ਤੇ ਉਸ ਨੂੰ ਉਹਨਾਂ ਨੇ ਜਲਾ ਦੇਣਾ ਹੈ ਜਾਂ ਉਹਨੂੰ ਦਬ ਦੇਣਾ ਹੈ, ਤੇ ਜਿਹੜੇ ਵੀ ਅਲੱਗ-ਅਲੱਗ ਤਰੀਕੇ ਜਿਹੜੇ ਹਨ ਉਸ ਤਰੀਕੇ ਨਾਲ ਉਸ ਬਾਡੀ ਦਾ ਡਿਸਪੋਜ਼ਲ ਹੋ ਜਾਣਾ ਹੈ, ਉਹ ਮਿੱਟੀ ਵਿੱਚ ਰਲ ਜਾਣਾ ਹੈ। ਲੇਕਿਨ ਜਿਹੜੀ ਜੀਵ ਆਤਮਾ, ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਨੇ ਸਮਝਾਇਆ ਸੀਗਾ ਕਿ ਉਹ ਮਾਂ ਦੇ ਪੇਟ ਦੇ ਅੰਦਰ ਜਿਸ ਵੇਲੇ ਉਹ ਜੀਵ ਆਤਮਾ ਇੰਟਰੋਡਿਊਸ ਹੋਈ ਤੇ ਤੇਰੇ ਅੰਦਰ ਹਲਚਲ ਹੋਈ, ਤੇ ਜਿੰਨੇ ਸਵਾਸ ਦਿੱਤੇ ਸਨ ਜਦੋਂ ਉਹ ਸਵਾਸ ਖਤਮ ਹੋ ਗਏ ਤਾਂ ਉਹ ਜੀਵ ਆਤਮਾ ਜਿਹੜੀ ਹੈ ਉਹ ਅਕੇਲੀ ਹੀ ਜਿਹੜੀ ਹੈ ਉਹ ਪ੍ਰੀਤਮ ਕਦੇਸ ਪਰਮਾਤਮਾ ਦੇ ਦਰਗਾਹ ਦੇ ਵਿੱਚ ਜਿਹੜੀ ਹੈ ਉਹਦੀ ਹੋਲੀ ਪ੍ਰੈਜ਼ੈਂਸ ਦੇ ਵਿੱਚ ਪਹੁੰਚ ਜਾਂਦੀ ਹੈ। ਭਾਵ ਇਹ ਸਰੀਰ ਜਿਸ ਨੂੰ ਤੂੰ ਯੂਜ਼ ਕੀਤਾ ਹੈ ਸਾਰੇ ਦੁਨੀਆ ਦੇ ਪਦਾਰਥ ਇਕੱਠੇ ਕਰਨ ਵਾਸਤੇ, ਸੁਖ ਆਰਾਮ ਦੇ ਸਾਰੇ ਪਦਾਰਥ ਜਿਹੜੇ ਹਨ ਉਹ ਸਾਰੇ ਜਿਹੜੇ ਹਨ ਇੱਥੇ ਦੇ ਇੱਥੇ ਰਹਿ ਜਾਣਗੇ। ਮਰਗਟ ਤੱਕ ਵੀ ਜਿਹੜੀ ਹੈ ਉਹ ਤੇਰੇ ਸਰੀਰ ਨਾਲ ਹੀ ਤੇਰੇ ਨੀਅਰ ਡੀਅਰ ਜਿਹੜੇ ਹਨ ਉਹ ਜਾਣਗੇ, ਉਸ ਤੋਂ ਅੱਗੇ ਤੇ ਉਹ ਵੀ ਨਹੀਂ ਜਾ ਸਕਦੇ। ਤੋ ਇਹ ਜਿਹੜੀ ਜੀਵ ਆਤਮਾ ਹੈ ਤੇਰੀ ਉਹ ਅਕੇਲੀ ਚਲੀ ਗਈ ਹੈ। ਤੋ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਮਰਗਟ ਦਾ ਭਾਵ ਉਹਨਾਂ ਨੇ ਪ੍ਰੋਸੈਸ ਦੱਸਿਆ ਹੈ। ਜੀਵ ਆਤਮਾ ਤੇ ਜਿਸ ਵੇਲੇ ਸਵਾਸ ਨਿਕਲੇ ਉਹ ਸਵਿਚ ਔਨ ਤੇ ਸਵਿਚ ਆਫ ਵਾਲੀ ਗੱਲ ਹੈ ਕਿ ਉਹ ਸਵਿਚ ਆਫ ਹੋ ਗਿਆ ਤੇ ਉਸ ਵੇਲੇ ਉਹ ਜੀਵ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੀ ਹੋਲੀ ਪ੍ਰੈਜ਼ੈਂਸ ਵਿੱਚ ਚਲੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਿਚ ਔਨ ਤੇ ਸਵਿਚ ਆਫ ਦੀ ਗੱਲ ਵੀਰ ਜੀ ਨੇ ਬੜੀ ਵਧੀਆ ਕਹੀ ਹੈ। ਗੱਲ ਤੇ ਇਹ ਹੈ ਵੀ ਜਿਸ ਵੇਲੇ ਹੰਸ ਅੰਦਰੋਂ ਨਿਕਲ ਜਾਂਦਾ, ਸਵਾਸ ਨਿਕਲ ਜਾਂਦੇ ਨੇ, ਉਸ ਵੇਲੇ ਤਾਂ ਮਿੱਟੀ ਦੀ ਢੇਰੀ ਰਹਿ ਜਾਂਦੀ ਹੈ। ਬਾਕੀ ਜਿਹੜੀਆਂ ਗੱਲਾਂ ਨੇ ਵੀ ਉਹਨੂੰ ਕਿੱਥੇ ਲਿਜਾਣਾ, ਕੀ ਕਰਨਾ, ਉਹਨੂੰ ਡੋਬਣਾ, ਉਹਨੂੰ ਦੱਬਣਾ, ਉਹਨੂੰ ਸਾੜਨਾ, ਇਹ ਤਾਂ ਇੱਕ ਸਰੀਰ ਨੂੰ ਡਿਸਪੋਜ਼ ਕਰਨ ਦੀ ਵੀਰ ਜੀ ਨੇ ਦੱਸਿਆ ਉਹ ਕਿਰਿਆ ਹੈਗੀ। ਵਰਨਾ ਜਿਵੇਂ ਕਿ ਇਹਨਾਂ ਦਾ ਸਵਾਲ ਕਰਤਾ ਨੇ ਕਿਹਾ ਸੀ ਕਿ ਬਈ ਮਰਹਟ ਲੋਕ ਸਭ ਲੋਕ ਕੁਟੰਬ ਮਿਲ ਹੰਸ ਅਕੇਲਾ ਜਾਏ, ਬਈ ਪਹਿਲੇ ਹੰਸ ਦੇ ਅੰਦਰ ਉੱਡ ਜਾਂਦਾ, ਫਿਰ ਉਹ ਇਕੱਲਾ ਕਿਉਂ ਲਿਖਿਆ ਵੀਰ ਜੀ ਨੇ ਡਿਟੇਲ ਵਿੱਚ ਦੱਸਿਆ। ਤੋ ਗੱਲ ਫਿਰ ਮੁੱਕਦੀ ਇੱਥੇ ਹੀ ਹੈ ਜੀ ਵੀ ਜਿਸ ਵੇਲੇ ਮਨੁੱਖ ਦੇ ਸਵਾਸ ਖਤਮ ਹੁੰਦੇ ਨੇ ਤਾਂ ਉਹਦੀ ਖੇਲ ਤਾਂ ਖਤਮ ਹੋ ਜਾਂਦੀ ਹੈ। ਉਦੋਂ ਬਾਅਦ ਜੇ ਕੋਈ ਕੁਝ ਕਰਦਾ ਵੀ ਹੈ, ਦੇਖੋ ਉਹਦੀ ਜਿਹੜੀ ਮ੍ਰਿਤਕ ਦੇਹ ਹੈ ਉਹਨੂੰ ਡਿਸਪੋਜ਼ ਕਰਨਾ ਤੇ ਮਤਲਬ ਸਾਡਾ ਫਰਜ਼ ਵੀ ਹੈ ਔਰ ਜ਼ਰੂਰੀ ਵੀ ਹੈ ਕਈ ਕਾਰਨਾਂ ਕਰਕੇ, ਪਰ ਬਾਕੀ ਜਿਹੜਾ ਹੋਰ ਕੁਝ ਨਹੀਂ ਉਹ ਤਾਂ ਖਤਮ ਹੈ। ਉਸ ਤੋਂ ਬਾਅਦ ਜੋ ਕੁਝ ਕੀਤਾ ਜਾਂਦਾ ਹੈ ਜਾਂ ਤਾਂ ਕਰਮਕਾਂਡ ਨੇ ਜਾਂ ਫਾਰਮੈਲਿਟੀਜ਼ ਕਰਕੇ ਕੀਤਾ ਜਾਂਦਾ ਹੈ। ਸਿੱਖ ਮਤ ਵਿੱਚ ਗੁਰਬਾਣੀ ਨੇ ਤਾਂ ਬਹੁਤ ਵਧੀਆ ਇਹਨਾਂ ਗੱਲਾਂ ਬਾਰੇ ਕਲੈਰਿਟੀ ਦਿੱਤੀ ਹੈ ਕਿ ਕਿਸੇ ਬੰਦਾ ਜਿਸ ਚਲਾ ਗਿਆ ਉਹ ਆਪਣੇ ਜੋ ਉਹਨੇ ਕੀਤਾ ਉਹ ਕਰਮੀ ਆਪੋ ਆਪਣੀ ਹੈ, ਉਹ ਲੈ ਕੇ ਚਲਾ ਗਿਆ। ਉਸ ਤੋਂ ਬਾਅਦ ਕੁਝ ਵੀ ਕੀਤਾ ਜਾਏ ਉਹਦੇ ਨਾਲ ਉਹਨੂੰ ਕੋਈ ਲਾਭ ਹਾਨੀ ਨਹੀਂ ਹੈ। ਇਹ ਤਾਂ ਸਿਰਫ ਜਿਹੜੀਆਂ ਬਾਕੀ ਆਪਾਂ ਇੱਥੇ ਕਰਦੇ ਹਾਂ ਉਹ ਕਰਮਕਾਂਡ ਦੀ ਫਾਰਮੈਲਿਟੀਜ਼ ਰਹਿ ਜਾਂਦੀਆਂ ਨੇ। ਮੈਂ ਬੇਨਤੀ ਕਰ ਰਿਹਾ ਕਿ ਗੁਰਬਾਣੀ ਵਿੱਚ ਬੜੀ ਕਿਰਪਾ ਕੀਤੀ ਗੁਰਬਾਣੀ ਨੇ ਕਿ ਇਹਨਾਂ ਸਾਰੀਆਂ ਜਿਹੜੇ ਕਰਮਕਾਂਡ ਲੋਕੀ ਸਾਡੇ ਆਲੇ ਦੁਆਲੇ ਦੇਖਦੇ ਆ ਕਰਦੇ, ਸਾਰਿਆਂ ਦਾ ਖੰਡਨ ਕੀਤਾ ਹੈ ਵੀ ਕੁਝ ਵੀ ਕਰਨ ਦੀ ਲੋੜ ਨਹੀਂ। ਤੋ ਪਰ ਬਾਕੀ ਮਤਾਂ ਵਿੱਚ ਜਿਹੜਾ ਹੈ ਉਹ ਬੜਾ ਕੁਝ ਕੀਤਾ ਜਾਂਦਾ ਹੈ। ਕਈ ਮਤਾਂ ਵਿੱਚ ਇੱਕ ਸਾਲ ਤੱਕ ਉਹਦਾ ਚੱਲਦਾ ਰਹਿੰਦਾ, 365 ਦੀਵੇ ਬਣਾ ਕੇ ਜਗਾਓ ਜੀ ਤਾਂ ਜੀ ਇੱਕ ਦਿਨ ਰੋਜ਼ ਨੂੰ ਰੋਸ਼ਨੀ ਪਹੁੰਚ ਜਾਏ। ਸਾਲ ਬਾਅਦ ਸਰਾਧ ਕਰਨੇ, ਵਰੀਣੇ ਕਰਨੇ। ਹਾਲਾਂਕਿ ਇਹਨਾਂ 'ਚ ਕੁਝ ਗੱਲਾਂ ਜਿਹੜੀਆਂ ਮਰਿਆਦਾ 'ਚ ਮਨਾ ਵੀ ਕੀਤੀਆਂ ਨੇ, ਗੁਰਬਾਣੀ 'ਚ ਮਨਾ ਕੀਤੀਆਂ ਨੇ, ਪਰ ਫਿਰ ਵੀ ਸਾਡੇ ਵਿੱਚ ਵੀ ਉਹ ਕ੍ਰੀਪਿਨ ਕਰ ਗਈਆਂ ਨੇ ਕਿ ਵਰੀਣੇ ਕਰਨੇ ਜਾਂ ਕੁਝ ਕਰਨੇ ਜਾਂ ਸ਼ਰਾਧ ਕਰਨੇ। ਤੋ ਸਾਨੂੰ ਲੋੜ ਹੈ ਕਿ ਗੁਰਬਾਣੀ ਨੂੰ ਅਸੀਂ ਸਮਝੀਏ ਤੇ ਜੋ ਗੁਰਬਾਣੀ 'ਚ ਸਾਨੂੰ ਦੱਸਿਆ ਉਹ ਕਰੀਏ,
ਨਾ ਕਿ ਦੇਖਾ ਦੇਖੀ ਜੋ ਬਾਕੀ ਲੋਕੀ ਕਰਦੇ ਨੇ ਉਹ ਕਰੀ ਜਾਈਏ। ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। तो साध संगत जी, अगला सवाल है, सवालकर्ता ने किया कि क्या मूल मंत्र जिहड़ा है वो जप बाणी का हिस्सा है कि नहीं। भैन मनिंदर कौर जी, आप कृपा करके सानू इहदा दसो कि मूल मंत्र जप बाणी का हिस्सा है या नहीं। ਵਾਹਿਗੁਰੂ ਜੀ ਕਾ ਖਾਲਸਾ वाहिगुरू जी की फतेह। जिस तरह की वीर जी ने दसिया है कि सवाल है कि मूल मंत्र जप बाणी ਦਾ ਹਿੱਸਾ ਹੈ ਕਿ ਨਹੀਂ। ਤੇ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਮੂਲ ਮੰਤਰ ਗੁਰਬਾਣੀ ਵਿੱਚ ਕਈ ਵਾਰ ਆਉਂਦਾ ਹੈ ਅਤੇ ਵੱਖੋ ਵੱਖਰੇ ਰੂਪ ਵਿੱਚ ਆਉਂਦਾ ਹੈ। ਤੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਵੀ ਦੇਖਦੇ ਹਾਂ ਤੇ ਸਭ ਤੋਂ ਪਹਿਲਾਂ ਮੂਲ ਮੰਤਰ ਹੈ। ਇਸ ਵਿੱਚ ਪ੍ਰਭੂ ਦੇ 8 ਗੁਣਾਂ ਦਾ ਵਰਣਨ ਹੈ, ਜਿਸ ਦਾ ਭਾਵ ਹੈ ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਜਿਸ ਦਾ ਸਰੀਰ ਨਾਸ਼ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਤੇ ਜੋ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਹ ਸਿੱਖੀ ਦਾ ਮੂਲ ਮੰਤਰ ਹੈ। ਇਸ ਤੋਂ ਬਾਅਦ ਜਪ ਬਾਣੀ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਸ ਬਾਰੇ ਕਿ ਵੀਰ ਜੀ ਦਾ ਸਵਾਲ ਹੈ ਕਿ ਮੂਲ ਮੰਤਰ ਜਪ ਬਾਣੀ ਦਾ ਹਿੱਸਾ ਹੈ ਜਾਂ ਨਹੀਂ। ਸੋ ਜਪ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਐਸੀ ਬਾਣੀ ਹੈ ਜਿਹੜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੰਪਾਦਿਤ ਨਹੀਂ ਕੀਤੀ, ਆਪ ਗੁਰੂ ਨਾਨਕ ਸਾਹਿਬ ਜੀ ਨੇ ਸੰਪਾਦਿਤ ਕੀਤੀ ਹੈ, ਜਿਸ ਵਿੱਚ ਪਹਿਲਾ ਇੱਕ ਸ਼ਲੋਕ ਹੈ, ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਉਸ ਤੋਂ ਬਾਅਦ 38 ਪੌੜੀਆਂ ਹਨ। ਫਿਰ ਅਖੀਰਲਾ ਸ਼ਲੋਕ ਹੈ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਿਸ ਵਿੱਚ ਜਿਹੜੀਆਂ 38 ਪੌੜੀਆਂ ਹਨ ਇਹ ਵੱਖੋ ਵੱਖ ਸਮੇਂ ਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀਆਂ ਪੌੜੀਆਂ ਹਨ, ਜਿਨ੍ਹਾਂ ਨੂੰ ਸੰਗ੍ਰਹਿਤ ਕਰਕੇ ਜਪ ਦਾ ਨਾਮ ਦਿੱਤਾ। ਆਮ ਕਰਕੇ ਵਿਦਵਾਨਾਂ ਦੀ ਇਹੀ ਰਾਏ ਹੈ ਕਿ ਜਿਹੜੀ ਕਿ ਬਹੁਤ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕਰ ਚੁੱਕੇ ਸਨ, ਉਹਨਾਂ ਬਾਣੀਆਂ ਦਾ ਨਿਚੋੜ ਰੂਪ ਜਪ ਬਾਣੀ ਰਚੀ ਹੈ। ਤੇ ਇਸ ਲਈ ਇਸ ਬਾਣੀ ਤੇ ਨਾ ਤੇ ਰਾਗ ਦਾ ਨਾਮ ਮਿਲਦਾ ਹੈ, ਨਾ ਮਹਿਲਾ ਪਹਿਲਾ ਮਿਲਦਾ ਹੈ, क्योंकि गुरु नानक साहब जी ने अपनी बानी आप ही संपादित की है, जिसनों पंचम पातशाह ने उसी तरह दर्ज किया है। बानी का नाम सिर्फ जप लिखिया सी ते गुरु अर्जन साहब जी ने बानी का सार जान के सब तो पहला दर्ज किया है। सब तो पहला मंगल आउंदा है, जिसनों असी मूल मंत्र कहते हाँ, जो कि गुरप्रसाद तक है। गुरप्रसाद तो बाद 2 डंडियां ने। ਇਹ ਮੰਗਲ ਲਗਭਗ ਹਰ ਰਾਗ ਦੇ ਵਿੱਚ, ਹਰ ਨਵੀਂ ਬਾਣੀ ਦੇ ਸ਼ੁਰੂ ਵਿੱਚ ਜਾਂ ਹਰ ਘਰ ਦੇ ਸ਼ੁਰੂ ਵਿੱਚ ਆਉਂਦਾ ਹੈ। ਇਹ ਕਿੱਥੇ ਸੰਪੂਰਨ ਰੂਪ ਵਿੱਚ ਤੇ ਕਿੱਥੇ ਸੰਖੇਪ ਰੂਪ ਵਿੱਚ ਮਿਲਦਾ ਹੈ। ਤੇ ਜਦ ਜਪ ਲਿਖਿਆ ਹੈ ਤੇ ਉਸਦੇ ਆਸ-ਪਾਸ ਦੋਨੋਂ ਪਾਸੇ 2-2 ਡੰਡੀਆਂ ਦੇ ਵਿੱਚ ਆਉਂਦਾ ਹੈ, ਜਿਸ ਦੇ ਦੋਨੋਂ ਪਾਸੇ 2-2 ਡੰਡੀਆਂ ਨੇ। ਤੇ ਇਸ ਤੋਂ ਸਮਝ ਆਉਂਦੀ ਹੈ ਕਿ ਇਹ ਬਾਣੀ ਦਾ ਨਾਮ ਹੈ। ਫਿਰ ਇੱਕ ਸ਼ਲੋਕ ਆਉਂਦਾ ਹੈ। ਫਿਰ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਸਾ ਦੀ ਵਾਰ ਦੀ ਪ੍ਰਾਰੰਭਤਾ ਵਿੱਚ ਵੀ ਮੂਲ ਮੰਤਰ ਲਿਖਿਆ ਮਿਲਦਾ ਹੈ, ਪਰ ਉੱਥੇ ਵੀ ਵਾਰ ਨਾਲ ਉਸਦਾ ਕੋਈ ਸੰਬੰਧ ਨਹੀਂ ਹੈ। ਇਸੇ ਤਰ੍ਹਾਂ ਜਪ ਬਾਣੀ ਦੇ ਪ੍ਰਾਰੰਭ ਵਿੱਚ ਵੀ ਮੂਲ ਮੰਤਰ ਹੈ, ਜਿਸ ਦਾ ਜਪ ਬਾਣੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸੋ ਵੀਰ ਜੀ ਦਾ ਜੋ ਸਵਾਲ ਹੈ ਕਿ ਮੂਲ ਮੰਤਰ ਜਪ ਬਾਣੀ ਦਾ ਹਿੱਸਾ ਹੈ ਜਾਂ ਨਹੀਂ, ਸੋ ਜਵਾਬ ਸਪਸ਼ਟ ਹੈ ਕਿ ਮੂਲ ਮੰਤਰ ਜਪ ਬਾਣੀ, ਜਿਸਨੂੰ ਕਿ ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ, ਉਸਦਾ ਹਿੱਸਾ ਨਹੀਂ ਹੈ। ਇਹ ਮੰਗਲਾਚਰਨ ਹੈ। ਸੋ ਵੀਰ ਜੀ ਨੂੰ ਗੱਲ ਸਪਸ਼ਟ ਹੋ ਗਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਗਲਾਚਰਨ ਹੈ, ਜਪ ਬਾਣੀ ਦਾ ਹਿੱਸਾ ਨਹੀਂ ਹੈ। ਜਿਵੇਂ ਭੈਣ ਜੀ ਨੇ ਕਲੀਅਰ ਕੀਤਾ ਹੈ ਕਿ ਬਾਕੀ ਜਿਹੜੀਆਂ ਬਾਣੀਆਂ ਜਿਹੜੀਆਂ ਨੇ, ਬਾਕੀ ਜਿੱਥੇ ਰਾਗ ਵਗੈਰਾ ਸ਼ੁਰੂ ਹੁੰਦੇ ਨੇ, ਉੱਥੇ ਪਹਿਲੇ ਇਹ ਮੰਗਲਾਚਰਨ ਦਿੱਤਾ। ਇਸੇ ਤਰ੍ਹਾਂ ਮੰਗਲਾਚਰਨ ਹੈ। ਜਪ ਬਾਣੀ ਜਿਹੜੀ ਹੈ, ਬਿਲਕੁਲ ਦਰੁਸਤ ਭੈਣ ਜੀ ਨੇ ਦੱਸਿਆ ਕਿ ਜਪ 2 ਡੰਡੀਆਂ ਦੇ ਵਿੱਚ ਹੈ। ਇਹਦਾ ਮਤਲਬ ਵੀ ਹੈ ਕਿ ਟਾਈਟਲ ਹੈ, ਇਸ ਤੋਂ ਬਾਅਦ ਬਾਣੀ ਸ਼ੁਰੂ ਹੁੰਦੀ ਹੈ। ਉਹ ਪੂਰੇ ਵਿਸਥਾਰ ਨਾਲ ਦੱਸਿਆ। ਤਾਂ ਭੈਣ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। तो साथ संगत जी, एक बड़ा अहम सवाल साढ़े को आया कि
ਆਮ ਤੌਰ ਤੇ 4 ਪਦਾਰਥਾਂ ਦੀ ਗੱਲ ਹੈ, ਧਰਮ ਅਰਥ ਕਾਮ ਮੋਕਸ਼। ਤੇ ਸਵਾਲਕਰਤਾ ਨੇ ਪੁੱਛਿਆ ਵੀ 4 ਪਦਾਰਥ ਆਪਾਂ ਅਰਦਾਸ ਕਰਕੇ ਅਰਦਾਸ ਵਿੱਚ ਮੰਗਣੇ ਚਾਹੀਦੇ ਹਨ ਕਿ ਨਹੀਂ। ਤੋ ਬੇਨਤੀ ਹੈ ਵੀਰ ਪ੍ਰਭਕੀਰਤਨ ਸਿੰਘ ਜੀ ਨੂੰ, ਉਹ ਇਹਦਾ ਉੱਤਰ ਦੇਣਗੇ। ਮੈਂ ਸਾਧ ਸੰਗਤ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਨੈਟ 'ਚ ਥੋੜੀ ਜਿਹੀ ਪ੍ਰੋਬਲਮ ਹੋਣ ਕਰਕੇ ਸ਼ਾਇਦ ਉਹ ਆਪਣੀ ਜਿਹੜੀ ਪਿਕਚਰ ਹੈ ਉਹ ਨਾ ਸ਼ਾਇਦ ਕਰ ਸਕਣ ਤੇ ਉੱਤਰ ਹੀ ਦੇਣਗੇ। ਤੋ ਪਰ ਉਹਨਾਂ ਨੂੰ ਬੇਨਤੀ ਹੈ ਵੀ ਕੋਈ ਗੱਲ ਨਹੀਂ, ਤੁਸੀਂ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਦੱਸੋ ਕਿ 4 ਪਦਾਰਥ ਜਿਹੜੇ ਨੇ ਇਹ ਕੀ ਨੇ ਤੇ ਅਰਦਾਸ ਵਿੱਚ ਆਪਾਂ ਇਹਦੀ ਮੰਗ ਕਰ ਸਕਦੇ ਹਾਂ ਨਹੀਂ ਕਰ ਸਕਦੇ, ਜੋ ਸਾਨੂੰ ਸਵਾਲਕਰਤਾ ਪੁੱਛ ਰਹੇ ਨੇ ਵੀਰ ਪ੍ਰਭਕੀਰਤਨ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਜੋ ਸਵਾਲ ਹੈ ਇਹ ਚੁੱਕੇ ਇੱਕ ਸਾਡੇ ਵਾਸਤੇ ਬੜੀ ਦੁਬਿਧਾ ਦਾ ਕਾਰਨ ਬਣ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਇਹਦੇ ਬਾਰੇ ਬਾਰ-ਬਾਰ ਪ੍ਰਚਾਰਕ ਜਿਹੜੇ ਸਾਡੇ ਹਨ ਉਹ ਜ਼ਿਕਰ ਕਰਦੇ ਹਨ। ਤੋ ਸਤਿਗੁਰੂ ਜੀ ਦਾ ਜੋ ਪ੍ਰਚਾਰ ਦਾ ਢੰਗ ਸੀ, ਭਾਵ ਆਪਣੀ ਗੱਲ ਦੂਜੇ ਤੱਕ ਪਹੁੰਚਾਉਣ ਦਾ ਜੋ ਢੰਗ ਸੀ, ਉਹਦਾ ਇੱਕ ਵਿਲੱਖਣ ਅੰਗ ਇਹ ਸੀ ਕਿ ਆਪਦੀ ਭਾਸ਼ਾ ਜਿਹੜੀ ਸੀ ਉਹ ਸਰੋਤੇ ਦੀ ਭਾਸ਼ਾ ਦੇ ਮੁਤਾਬਕ ਹੁੰਦੀ ਸੀ। ਉਹਦੀ ਸੋਚ, ਉਹਦੀ ਵਿਚਾਰਧਾਰਾ ਤੇ ਉਹਦੀ ਜੋ ਅਸੀਂ ਕਹੀਏ ਵੀ ਜੋ ਉਹਦੀ ਸ਼ਬਦਾਵਲੀ ਹੈ ਉਹਦੇ ਮੁਤਾਬਕ ਆਪ ਜੀ ਨੇ ਆਪਣੀ ਭਾਸ਼ਾ ਢਾਲੀ ਹੁੰਦੀ ਸੀ, ਕਿਉਂਕਿ ਪ੍ਰਚਾਰ ਦਾ ਮੰਤਵ ਹੀ ਇਹ ਹੈ ਕਿ ਆਪਣੇ ਵਿਚਾਰ ਸਰੋਤੇ ਦੇ ਮਨ ਤੱਕ, ਉਹਦੇ ਮਸਤਿਸ਼ਕ ਤੱਕ, ਭਾਵ ਉਹਦੇ ਦਿਮਾਗ ਤੱਕ ਅਸੀਂ ਪਹੁੰਚਾਉਣਾ ਹੁੰਦਾ ਹੈ ਤਾਂ ਕਿ ਉਹਨੂੰ ਸਮਝ ਲੱਗ ਜਾਏ। ਸੋ ਜਦੋਂ ਸਤਿਗੁਰੂ ਜੀ ਕਿਸੇ ਸਨਾਤਨ ਧਾਰਮਿਕ ਵਿਅਕਤੀ ਨਾਲ ਗੱਲ ਕਰਦੇ ਸਨ ਤਾਂ ਆਪ ਦੀ ਭਾਸ਼ਾ ਦੇ ਵਿੱਚ ਸਨਾਤਨੀ ਵਿਚਾਰਾਂ ਦੀ ਸ਼ਬਦਾਵਲੀ ਪ੍ਰਧਾਨ ਹੁੰਦੀ ਸੀ। ਤੋ ਇਸੇ ਲੜੀ ਵਿੱਚ ਅਸੀਂ 4 ਪਦਾਰਥ ਜੋ ਸਵਾਲ ਦਾ ਵਿਸ਼ਾ ਹੈ ਉਸੇ ਨੂੰ ਵੀ ਲੈ ਸਕਦੇ ਹਾਂ। ਹੋਰ ਅਨੇਕਾਂ ਸ਼ਬਦ ਸਤਿਗੁਰੂ ਜੀ ਨੇ ਵਰਤੇ ਹਨ, 9 ਨਿਧੀਆਂ, 18 ਸਿੱਧੀਆਂ, ਇਸੇ ਤਰ੍ਹਾਂ ਹੀ ਚਿੱਤਰਗੁਪਤ, ਧਰਮਰਾਜ, ਯਮ, ਅਨੇਕਾਂ ਵਿਅਕਤੀਆਂ ਦੇ ਨਾਮ ਹਨ ਜਿਹੜੇ ਭਗਤ ਮੰਨੇ ਗਏ ਹਨ ਤੇ ਹੋਰ ਮਹਾਨ ਵਿਅਕਤੀ ਸਨਾਤਨ ਮਤ ਦੇ ਵਿੱਚ ਮੰਨੇ ਜਾਂਦੇ ਹਨ। ਰਿਸ਼ੀਆਂ, ਮੁਨੀਆਂ, ਦੇਵਤਿਆਂ ਦੇ ਨਾਮ ਵੀ ਆਉਂਦੇ ਆ। ਤਾਂ ਇਹ ਜੋ ਇਸ ਕਿਸਮ ਦੀ ਸ਼ਬਦਾਵਲੀ ਜਦੋਂ ਸਤਿਗੁਰੂ ਜੀ ਨੇ ਵਰਤੀ ਹੈ ਤਾਂ ਉਹਨੂੰ ਇੰਟਰਪ੍ਰੇਟ ਕਰਨ ਲਈ ਸਾਨੂੰ ਲਿਟਰਲੀ ਇਹੀ ਅਰਥ ਸਮਝ ਲਵਾਂਗੇ ਕਿ ਇਹਦੇ ਅਰਥ ਬਿਲਕੁਲ ਉਹੀ ਹਨ ਜੋ ਸਨਾਤਨ ਮਤ ਦੀ ਵਿਚਾਰਧਾਰਾ ਦੇ ਸਨ, ਤਾਂ ਫਿਰ ਅਸੀਂ ਦੁਬਿਧਾ ਦੇ ਵਿੱਚ ਪੈ ਜਾਵਾਂਗੇ, ਉਲਝ ਜਾਵਾਂਗੇ। ਪਰ ਜੇ ਅਸੀਂ ਇਹਨਾਂ ਨੂੰ ਇੱਕ ਐਸੀ ਸ਼ਬਦਾਵਲੀ ਮੰਨ ਕੇ ਚੱਲਾਂਗੇ ਜਿਹਦੇ ਵਿੱਚ ਵਿਚਾਰ ਜਿਹੜੇ ਹਨ ਗੁਰਮਤਿ ਵਿਚਾਰਧਾਰਾ ਨੂੰ ਹੀ ਪ੍ਰਗਟ ਕਰਨ ਦੇ ਲਈ ਸਤਿਗੁਰੂ ਜੀ ਨੇ ਸ਼ਬਦ ਵਰਤੇ ਮੰਨਾਂਗੇ, ਤਾਂ ਫਿਰ ਅਸੀਂ ਉਸ ਨਜ਼ਰੀਏ ਨਾਲ ਸਮਝਾਂਗੇ ਤੇ ਫਿਰ ਅਸੀਂ ਉਲਝਣ ਦੇ ਵਿੱਚ ਨਹੀਂ ਪਵਾਂਗੇ। ਫਿਰ ਸਗੋਂ ਅਸੀਂ ਜੋ ਤੱਤ ਹੈ, ਜੋ ਗੁਰਮਤਿ ਦੀ ਵਿਚਾਰਧਾਰਾ ਹੈ, ਉੱਥੇ ਤੱਕ ਪਹੁੰਚਣ ਦੇ ਵਿੱਚ ਸਫਲ ਹੋ ਜਾਵਾਂਗੇ। ਤੇ ਇਹ ਜੋ ਪ੍ਰਸ਼ਨ ਪੈਦਾ ਹੋਇਆ ਹੈ ਇਹਦਾ ਅਸਲ ਕਾਰਨ ਇਹ ਹੈ ਕਿ ਅੱਜ ਬਹੁਤ ਸਾਰੇ ਸਾਡੇ ਪ੍ਰੋਫੈਸ਼ਨਲ ਜਿਹੜੇ ਪ੍ਰਚਾਰਕ ਹਨ ਉਹ ਸਾਨੂੰ ਇਸ ਸ਼ਬਦਾਵਲੀ ਵਿੱਚ ਹੀ ਉਲਝਾ ਕੇ ਆਪਣੇ ਅੱਧੇ ਅਧੂਰੇ ਗਿਆਨ ਦੀਆਂ ਉਲਝਣਾਂ ਵਿੱਚ ਫਸਾ ਕੇ ਹੀ ਰੱਖ ਦਿੰਦੇ ਹਨ। ਉਹਨਾਂ ਨੇ ਆਪਣਾ ਗਿਆਨ ਦਰਅਸਲ ਦੇ ਵਿੱਚ ਸਾਡੇ ਸਾਹਮਣੇ ਰੱਖਣਾ ਹੁੰਦਾ ਹੈ ਕਿ ਮੈਨੂੰ ਫਲਾਣੇ ਵਿਚਾਰਧਾਰਾ ਦੇ ਫਲਾਣੇ ਕਨਸੈਪਟ ਦਾ ਵੀ ਗਿਆਨ ਹੈ, ਤੇ ਸਾਨੂੰ ਉਹਦੇ 'ਚ ਹੀ ਫਸਾ ਕੇ ਰੱਖ ਦਿੰਦੇ ਹਨ ਤੇ ਇਹੀ ਇੱਕ ਸਾਡੇ ਵਾਸਤੇ ਘੁੰਮਣ ਘੇਰੀ ਬਣ ਜਾਂਦੀ ਹੈ। ਹੁਣ 4 ਪਦਾਰਥ ਹੈ ਕਿ ਸਨਾਤਨ ਮਤ ਦੇ ਵਿੱਚ ਅਸੀਂ ਉਸ ਚੀਜ਼ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਜੀਵਨ ਦੇ 4 ਪੁਰਸ਼ਾਰਥ ਮੰਨੇ ਹਨ। ਪੁਰਸ਼ਾਰਥ ਦਾ ਅਸੀਂ ਅਰਥ ਇਉਂ ਸਮਝ ਸਕਦੇ ਹਾਂ ਕਿ ਜਿਹੜੇ ਉਹਨਾਂ ਨੇ ਇੱਕ ਵੈਲਿਡ, ਪ੍ਰਵਾਨਿਤ ਜਿਹੜੇ ਟੀਚੇ ਮੰਨੇ ਹਨ, ਜਿਹੜੇ ਇੱਕ ਮਨੁੱਖ ਨੇ ਇਸ ਜੀਵਨ ਦੇ ਵਿੱਚ ਪਰਸਿਊ ਕਰਨੇ ਹੁੰਦੇ ਹਨ, ਉਹਨਾਂ ਨੂੰ ਉਹਨਾਂ ਨੇ 4 ਪੁਰਸ਼ਾਰਥ ਕਿਹਾ ਹੈ। ਤੋ ਪੁਰਸ਼ਾਰਥ ਦਾ ਅਰਥ ਹੀ ਇਹ ਹੈ ਕਿ ਪੁਰਸ਼ ਤੋਂ ਭਾਵ ਅਗਰ ਅਸੀਂ ਮਨੁੱਖ ਲਈਏ, ਮਨੁੱਖ ਦੀ ਆਤਮਾ ਲਈਏ, ਤੇ ਉਹਦਾ ਅਰਥ ਭਾਵ ਉਹਦਾ ਟੀਚਾ ਕੀ ਹੈ। ਤੋ ਉਹ ਹਨ ਧਰਮ, ਅਰਥ, ਕਾਮ ਤੇ ਮੋਕਸ਼। ਉਹਨਾਂ ਦੇ ਮਤ ਦੇ ਵਿੱਚ ਧਰਮ ਦਾ ਅਰਥ ਹੈ ਕਿ ਜੀਵਨ ਦਾ ਸਹੀ ਰਸਤਾ, ਜੀਵਨ ਜਿਉਣ ਦਾ ਸਹੀ ਢੰਗ ਕੀ ਹੈ, ਉਹਦੀਆਂ ਸਹੀ ਵੈਲਿਊਜ਼ ਕੀ ਹਨ, ਜੀਵਨ ਜਾਚ, ਸਦਾਚਾਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਊਟੀਜ਼ ਹਨ ਉਹ ਧਰਮ ਦੇ ਵਿੱਚ ਉਹ ਗਿਣਦੇ ਹਨ। ਤੇ ਅਰਥ ਦਾ ਅਸੀਂ ਜਿਵੇਂ ਜਾਣਦੇ ਹਾਂ ਕਿ ਅਰਥ ਦਾ ਅਸੀਂ ਇਕਨੋਮੀ ਦੇ ਨਾਲ, ਇਕਨੋਮਿਕਸ ਦੇ ਨਾਲ ਅਸੀਂ ਕੰਸਰਨ ਰੱਖਦੇ ਹਾਂ। ਜਿਹੜੇ ਇਕਨੋਮਿਸਟ ਹੁੰਦੇ ਹਨ ਉਹਨਾਂ ਨੂੰ ਅਸੀਂ ਅਰਥ ਸ਼ਾਸਤਰੀ ਕਹਿ ਕੇ ਤੇ ਗੱਲ ਕਰਦੇ ਹਾਂ। ਇਸੇ ਤਰ੍ਹਾਂ ਹੀ ਕਾਮ ਦਾ ਅਰਥ ਇੱਥੇ ਹੈ ਜੋ ਕਾਮਨਾਵਾਂ ਦਾ ਅਰਥ ਹੈ, ਜੋ ਕਾਮਨਾਵਾਂ ਦੀ ਪੂਰਤੀ ਅਸੀਂ ਕਰਨੀ ਹੁੰਦੀ ਹੈ। ਪਰ ਮੁੱਖ ਤੌਰ ਤੇ ਇੱਥੇ ਕਾਮਨਾ ਦਾ ਅਰਥ ਉਹ ਹੈ ਜੋ ਸਾਨੂੰ ਆਨੰਦ ਦੇਣ ਵਾਲੀਆਂ, ਮਾਨਸਿਕ ਸੁੱਖ ਦੇਣ ਵਾਲੀਆਂ ਇੱਛਾਵਾਂ ਨੇ, ਉਹ ਇੱਥੇ ਕਾਮ ਦਾ ਅਰਥ ਹੈ।
ਤੋ ਇੱਥੇ ਥੋੜਾ ਜਿਹਾ ਸਾਨੂੰ ਫਰਕ ਕਰਨਾ ਪਏਗਾ। ਜਿਹੜੇ 5 ਵਿਕਾਰ ਮੰਨੇ ਗਏ ਹਨ ਉਹਦੇ ਵਿੱਚ ਜਿਹੜਾ ਕਾਮ ਆਉਂਦਾ ਹੈ ਉੱਥੇ ਤੱਕ ਸੀਮਿਤ ਨਹੀਂ ਹੈ, ਇਹ ਥੋੜਾ ਵਿਸ਼ਾਲ ਅਰਥ ਵਿੱਚੋਂ ਲੈਂਦੇ ਹਨ। ਤੇ ਮੋਕਸ਼ ਦਾ ਅਰਥ ਹੈ ਮੁਕਤੀ, ਜਿਹੜਾ ਕਿ ਉਹ ਮੰਨਦੇ ਹਨ ਕਿ ਇਸ ਜੀਵਨ ਤੋਂ ਬਾਅਦ ਜੋ ਮੁਕਤੀ ਮਿਲਦੀ ਹੈ, ਜੋ ਇਸ ਰੂਹ ਨੂੰ ਅੰਤਮ ਸਥਾਨ, ਜਿਹੜਾ ਅੰਤਮ ਟੀਚਾ ਮਿਲਦਾ ਹੈ, ਤੋ ਇਹਦਾ ਸੰਬੰਧ ਆਤਮਿਕ ਜੀਵਨ ਨਾਲ ਉਹ ਮੰਨਦੇ ਹਨ। ਤੋ ਇਹ ਉਹਨਾਂ ਦੇ ਮਤ ਦਾ ਵਿਚਾਰ ਹੈ। ਤੋ ਇਹ ਆਇਆ ਕਿੱਥੋਂ? ਵੇਦਾਂ ਦੇ ਵਿੱਚ ਕੇਵਲ 3 ਪੁਰਸ਼ਾਰਥਾਂ ਦਾ ਜ਼ਿਕਰ ਹੈ, ਧਰਮ, ਅਰਥ ਤੇ ਕਾਮ ਦਾ। ਤੋ ਚੌਥਾ ਪੁਰਸ਼ਾਰਥ ਜਿਹੜਾ ਹੈ ਉਹ ਮੋਕਸ਼ ਜਿਹੜਾ ਹੈ ਉਹ ਉਪਨਿਸ਼ਦ ਕਾਲ ਦੀ ਦੇਣ ਹੈ, ਵੇਦਾਂ ਵਿੱਚ ਇਹਦਾ ਜ਼ਿਕਰ ਨਹੀਂ ਮਿਲਦਾ। ਤੋ ਵਿਦਵਾਨਾਂ ਦੇ ਵਿੱਚ ਇਹ ਵਿਚਾਰ ਵੀ ਮੌਜੂਦ ਹੈ ਕਿ ਇਹ ਪੁਰਸ਼ਾਰਥ ਜੋ ਉਹਨਾਂ ਨੇ ਨਿਯਤ ਕੀਤਾ ਚੌਥਾ, ਇਹ ਉਹਨਾਂ ਮਤਾਂ ਦੇ ਪ੍ਰਭਾਵ ਹੇਠ ਨਿਯਤ ਕੀਤਾ ਗਿਆ ਜਿਹੜੇ ਕਿ ਆਰੀਆਂ ਦੀ ਭਾਰਤ ਵਿਜੈ ਤੋਂ ਪਹਿਲਾਂ ਇੱਥੇ ਪ੍ਰਚਲਿਤ ਸਨ। ਉਹਨਾਂ ਮਤਾਂ ਵਿੱਚੋਂ ਅੱਜ ਕੇਵਲ ਇੱਕ ਹੀ ਮਤ ਜ਼ਿੰਦਾ ਹੈ, ਬਾਕੀ ਤਾਂ ਸਭ ਆਰੀਆਂ ਨੇ ਇੱਕ ਕਿਸਮ ਨਾਲ ਕਹਿ ਲਈ ਹੈ ਕਿ ਉਹ ਜਜ਼ਬ ਕਰ ਲਏ ਤੇ ਖਤਮ ਹੋ ਗਏ। ਉਹ ਮਤ ਹੈ ਜੈਨ ਮਤ। ਤੋ ਅਸੀਂ ਜਿਵੇਂ ਸਾਰੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਇਹਨਾਂ ਦੇ ਨਾਮ ਤੋਂ ਹੀ, ਧਰਮ, ਅਰਥ, ਕਾਮ, ਮੋਖ, ਇਹਨਾਂ ਦੇ ਵਿੱਚ ਇੱਕ ਟੈਂਸ਼ਨ ਹੈ, ਆਪਸੀ ਟਕਰਾਅ ਮੌਜੂਦ ਹੈ ਇਹਨਾਂ ਸਾਰੇ ਚਾਰਾਂ ਪੱਖਾਂ ਦੇ ਵਿੱਚ। ਤੋ ਇਸ ਕਰਕੇ ਇਹਦੇ ਵਿੱਚ ਫਿਰ ਹਾਇਰਾਰਕੀ ਵੀ ਉਹਨਾਂ ਨੂੰ ਬਣਾਉਣੀ ਪਈ, ਧਰਮ ਨੂੰ ਉੱਪਰ ਰੱਖਣਾ ਪਿਆ ਕਾਮ ਤੇ ਅਰਥ ਤੋਂ, ਤੇ ਫਿਰ ਜਦੋਂ ਮੋਕਸ਼ ਦਾ ਵਿਚਾਰ ਆ ਗਿਆ ਤੇ ਉਹਨੂੰ ਸਭ ਤੋਂ ਉੱਪਰ ਰੱਖਿਆ ਗਿਆ। ਹੁਣ ਸਤਿਗੁਰੂ ਜੀ ਨੇ ਇੱਕ ਬੜੀ ਧਿਆਨ ਦੇਣ ਵਾਲੀ ਸਾਡੇ ਵਾਸਤੇ ਲੋੜ ਹੈ ਕਿ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਪੁਰਸ਼ਾਰਥ ਲਫ਼ਜ਼ ਸਾਡੇ ਵਾਸਤੇ ਨਹੀਂ ਵਰਤਿਆ, ਜਿਹੜਾ ਆਪਣੇ ਆਪ ਵਿੱਚ ਇੱਕ ਇੰਪੋਰਟੈਂਟ ਚੀਜ਼ ਹੈ। ਉਹ ਸਗੋਂ ਉਹਨਾਂ ਨੇ 4 ਪਦਾਰਥ ਕਿਹਾ ਹੈ, ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਤੇ ਕਿਤੇ ਕਿਤੇ ਉਹਨਾਂ ਨੇ 4ਾਂ ਦਾ ਜ਼ਿਕਰ ਵੀ ਕੀਤਾ ਹੈ ਬਾਣੀ ਦੇ ਵਿੱਚ, ਧਰਮ, ਅਰਥ, ਕਾਮ, ਮੋਖ, ਇਕੱਠੇ ਵਰਤ ਕੇ ਸਾਨੂੰ ਗੱਲ ਸਮਝਾਈ ਵੀ ਹੈ। ਪਰ ਸਤਿਗੁਰੂ ਜੀ ਨੇ ਪਦਾਰਥ ਸ਼ਬਦ ਵਰਤਨ ਦਾ ਵੀ ਜੇ ਥੋੜਾ ਜਿਹਾ ਗੌਰ ਕਰੀਏ ਤਾਂ ਇਹਦਾ ਕੁਝ ਇੱਕ ਵਿਸ਼ੇਸ਼ ਕਾਰਨ ਲੱਗਦਾ ਹੈ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਪਦਾਰਥ ਲਫ਼ਜ਼ ਨੂੰ ਜਿਨ੍ਹਾਂ ਅਰਥਾਂ ਵਿੱਚ ਵਰਤਿਆ ਹੈ ਉਹ ਉੱਤਮ ਦਾਤਾਂ, ਉੱਤਮ ਪਦਾਰਥਾਂ ਦੇ ਅਰਥ ਵਿੱਚ ਵਰਤਿਆ ਹੈ ਹਰ ਥਾਂ ਦੇ ਉੱਤੇ। ਮੈਂ ਕੁਝ ਕੁ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਹਾਂ। ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ, ਇਹ ਪੰਨਾ 18 ਤੇ ਸਤਿਗੁਰੂ ਜੀ ਨੇ ਵਰਤਿਆ ਹੈ। ਤੇ ਪੰਨਾ 22 ਤੇ ਸਤਿਗੁਰੂ ਜੀ ਕੀ ਕਹਿ ਰਹੇ ਹਨ ਕਿ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ। ਤੋ ਇੱਥੇ ਨਾਮ ਦੀ ਗੱਲ ਕਰਦੇ ਆ, ਉਹਨਾਂ ਨੇ ਉਸ ਨੂੰ ਰਤਨ ਪਦਾਰਥ ਕਿਹਾ ਹੈ। ਇਸੇ ਤਰ੍ਹਾਂ ਹੀ ਇਸ ਜਨਮ ਨੂੰ ਵੀ ਇੱਕ ਕੀਮਤੀ ਦਾਤ ਕਹਿ ਕੇ ਉਹ ਕਹਿ ਰਹੇ ਹਨ ਕਿ ਇਹ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤਾ ਲਿਵ ਲਾਏ। ਤੋ ਇਸੇ ਤਰ੍ਹਾਂ ਹੀ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ, ਇਹ ਪੰਨਾ 34 ਤੇ ਦਰਜ ਹੈ। ਤੋ ਪੰਨਾ 35 ਤੇ ਆਪ ਫਰਮਾ ਰਹੇ ਹਨ ਕਿ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ। ਤੇ ਫਿਰ ਇਸੇ ਤਰ੍ਹਾਂ ਹੀ ਆਪ ਜੀ ਨੇ ਅੱਗੋਂ ਹੋਰ ਵਰਤੋਂ ਕੀਤੀ ਹੈ, ਮੁਕਤ ਪਦਾਰਥ ਪਾਈਐ ਅਵਗਣ ਮੇਟਣ ਹਾਰ, ਇਹ ਪੰਨਾ 59 ਤੇ ਹੈ। ਤੇ 60 ਤੇ ਆਪ ਫਰਮਾ ਰਹੇ ਹਨ ਕਿ ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਝੀ ਹੋਏ। ਤੇ ਫਿਰ ਪੰਨਾ 61 ਤੇ ਆਪ ਫਰਮਾ ਰਹੇ ਹਨ ਕਿ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ। ਤੋ ਇਹ ਇਸ ਤੋਂ ਅੱਗੇ ਹੋਰ ਵੀ ਥਾਵਾਂ ਦੇ ਉੱਤੇ ਮੈਂ ਬਹੁਤ ਵਿਸਤਾਰ ਜਾਣ ਦਾ ਸਮਾਂ ਨਹੀਂ ਹੈ ਇੱਥੇ, ਕਿ ਕਿਤੇ ਕਿਤੇ ਆਪ ਜੀ ਨੇ ਅਟਲ ਪਦਾਰਥ, ਅਮਰ ਪਦਾਰਥ, ਮਹਾ ਪਦਾਰਥ, ਅਨੂਪ ਪਦਾਰਥ, ਪਰਮ ਪਦਾਰਥ ਤੇ ਗੁਰ ਕੈ ਬਚਨ ਪਦਾਰਥ, ਇਸ ਤਰ੍ਹਾਂ ਇਹ ਸ਼ਬਦ ਵਰਤੇ ਹਨ। ਤੋ ਇਹਨਾਂ ਸਾਰੀ ਚਰਚਾ ਤੋਂ ਇਹ ਗੱਲ ਸਪਸ਼ਟ ਹੋ ਸਕਦੀ ਹੈ ਕਿ ਪਦਾਰਥ ਦਾ ਅਰਥ ਕਿਤੇ ਵਸਤੂ ਦੀ ਸੈਂਸ ਵਿੱਚ ਲਿਆ ਹੈ, ਕਿਤੇ ਉੱਤਮ ਤੇ ਕੀਮਤੀ ਵਸਤੂ ਦੀ ਸੈਂਸ ਵਿੱਚ ਲਿਆ ਹੈ, ਜਾਂ ਪ੍ਰਭੂ ਜੀ ਦੀ, ਗੁਰੂ ਜੀ ਦੀ ਉੱਤਮ ਦਾਤ ਤੇ ਬਖਸ਼ਿਸ਼ ਵਾਸਤੇ ਵਰਤਿਆ ਹੈ। ਤੇ ਸਤਿਗੁਰੂ ਜੀ ਦੀ ਜਦੋਂ ਉਹਨਾਂ ਨੇ 4 ਪਦਾਰਥ ਵਰਤਿਆ ਹੈ ਸ਼ਬਦ, ਤਾਂ ਇਹਦੇ ਪਿੱਛੇ ਰਮਜ਼ ਇਹ ਹੈ ਕਿ ਇਹ ਵਸਤਾਂ ਨੂੰ ਅਸੀਂ ਭਾਵੇਂ ਵੱਧ ਤੋਂ ਵੱਧ ਉੱਤਮ ਦਾਤਾਂ ਦੇ ਬਰਾਬਰ ਤਾਂ ਮੰਨ ਲਈਏ, ਪਰ ਇਹ ਸਾਡੇ ਜੀਵਨ ਦਾ ਮਨੋਰਥ, ਪੁਰਸ਼ਾਰਥ, ਟੀਚਾ ਆਦਿਕ ਇਹ ਨਹੀਂ ਹੋ ਸਕਦਾ। ਜੇ ਜੀਵਨ ਦਾ ਪੁਰਸ਼ਾਰਥ ਨਹੀਂ ਹੈ ਤਾਂ ਫਿਰ ਇੱਥੇ ਅਰਥ ਦੇ ਸਿੱਖ ਧਰਮ ਦੇ ਵਿੱਚ, ਗੁਰਮਤਿ ਵਿਚਾਰਧਾਰਾ ਵਿੱਚ ਬਿਲਕੁਲ ਫਰਕ ਹੋ ਗਏ। ਤੋ ਇੱਥੇ ਇੱਕ ਹੋਰ ਗੱਲ ਧਿਆਨ ਦੇਣ ਯੋਗ ਹੈ ਕਿ ਸਤਿਗੁਰੂ ਜੀ ਨੇ ਧਰਮ, ਅਰਥ, ਕਾਮ, ਮੋਖ ਨਾਲ ਪਦਾਰਥ ਇਹ ਇੰਡੀਵਿਜੂਅਲ ਵਰਤ ਕੇ ਨਹੀਂ ਵਰਤਿਆ, ਵੀ ਧਰਮ ਪਦਾਰਥ ਜਾਂ ਅਰਥ ਪਦਾਰਥ ਜਾਂ ਕਾਮ ਪਦਾਰਥ ਜਾਂ ਮੋਖ ਪਦਾਰਥ ਨਹੀਂ ਵਰਤਿਆ।
ਤਾਂ ਇਸ ਦਾ ਇੱਕ ਇਹ ਵੀ ਅਰਥ ਨਿਕਲਦਾ ਹੈ ਕਿ ਇਹਨਾਂ ਵਿੱਚੋਂ ਕਿਸੇ ਨੂੰ ਵੀ ਕੀਮਤੀ ਵਸਤੂ ਜਾਂ ਕੀਮਤੀ ਦਾਤ ਨਹੀਂ ਉਹਨਾਂ ਨੇ ਦਰਜਾ ਦਿੱਤਾ, ਸਗੋਂ ਉਹਨਾਂ ਨੇ 4 ਪਦਾਰਥ ਵਰਤਿਆ ਹੈ। ਤਾਂ ਫਿਰ ਇਹਦਾ ਕੀ ਮਤਲਬ ਹੋ ਗਿਆ ਕਿ ਇਸ ਨੂੰ ਸ਼ਾਇਦ ਸਤਿਗੁਰੂ ਜੀ ਸਿਰਫ ਇੱਕ ਮੁਹਾਵਰੇ, ਆਪਣੀ ਸ਼ਬਦਾਵਲੀ ਉਸ ਸਨਾਤਨ ਮਤ ਦੇ ਵਿਅਕਤੀਆਂ ਦੇ ਨਾਲ ਕਮਿਊਨੀਕੇਟ ਕਰਨ ਲਈ ਇਸ ਸ਼ਬਦਾਵਲੀ ਨੂੰ ਉਹਨਾਂ ਨੇ ਵਰਤਿਆ ਹੈ ਤਾਂ ਕਿ ਆਪਣੀ ਗੱਲ ਉਹ ਸਮਝਾ ਸਕਣ। ਪਰ ਉਹ ਗੱਲ ਇਹਨਾਂ ਦੀ ਕਿਤੇ ਵੀ ਡਿਟੇਲ ਵਿੱਚ ਨਹੀਂ ਕਰਦੇ, ਵਿਆਖਿਆ ਨਹੀਂ ਕਰਦੇ। ਪੂਰੇ ਬਾਣੀ ਦੇ ਵਿੱਚ ਇਹ ਇੰਡੀਵਿਜੂਅਲੀ ਧਰਮ, ਅਰਥ, ਕਾਮ, ਮੋਖ ਦੀ ਇਹਨਾਂ ਦੇ ਬਾਰੇ ਕੋਈ ਸ਼ਬਦ ਉਚਾਰਿਆ ਹੋਵੇ ਜਾਂ 4 ਪਦਾਰਥਾਂ ਦੀ ਵਿਆਖਿਆ ਕਰਨ ਲਈ ਕੋਈ ਸ਼ਬਦ ਉਚਾਰਿਆ ਹੋਵੇ, ਉਹ ਘੱਟੋ ਘੱਟ ਦਾਸ ਦੀ ਨਜ਼ਰੀ ਤਾਂ ਨਹੀਂ ਪਿਆ। ਤੋ ਇਸ ਤੋਂ ਇਹ ਨਤੀਜੇ ਤੇ ਪਹੁੰਚਦੇ ਹਾਂ ਕਿ ਇਹ ਜੋ 4 ਪਦਾਰਥ ਜਿਹੜੇ ਹਨ, ਉਹ ਸਤਿਗੁਰੂ ਜੀ ਇਸ ਨੂੰ ਜੋ ਆਪ ਪੰਨਾ ਜਿਵੇਂ 114 ਤੇ ਫਰਮਾਉਂਦੇ ਹਨ, ਤੋ ਉਹਦੇ ਵਿੱਚ ਉਹਨਾਂ ਨੇ ਇਹਦਾ ਜ਼ਿਕਰ ਕੀਤਾ ਹੈ, ਉਹ ਧਿਆਨ ਦੇਣ ਦੇ ਯੋਗ ਹੈ। ਤੋ ਜੇ ਹੋ ਸਕੇ ਤਾਂ ਵੀਰ ਜੀ ਡਿਸਪਲੇ ਕਰ ਦਿਓ ਜੀ। ਇਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਰਾਮ ਭਗਤ ਗੁਰ ਸੇਵਾ ਤਰਣਾ, ਬਹੁੜ ਜਨਮ ਨਾ ਹੋਏ ਹੈ ਮਰਨਾ। ਇਹ ਸ਼ਬਦ ਦਾ ਮੁੱਖ ਭਾਵ ਹੈ ਇੱਥੇ। ਤੋ ਇਹ ਸ਼ਬਦ ਆਪਾਂ ਸਾਰੇ ਜੋ ਸੰਸਾਰ ਦੀ ਉਤਪਤੀ ਦੇ ਸੰਬੰਧ ਦੇ ਵਿੱਚ ਅਸੀਂ ਇਹ ਸ਼ਬਦ ਜੋ ਹੈ ਉਹ ਬਾਰ-ਬਾਰ ਅਸੀਂ ਕੋਟ ਵੀ ਕਰਦੇ ਹਾਂ ਕਿ ਇੱਥੇ ਸਤਿਗੁਰੂ ਜੀ ਫਰਮਾ ਰਹੇ ਹਨ ਅਗਲੀ ਪੌੜੀ ਦੇ ਵਿੱਚ ਕਿ 4 ਪਦਾਰਥ ਕਹੈ ਸਭ ਕੋਈ, ਸਿਮਰਤ ਸ਼ਾਸਤ ਪੰਡਤ ਮੁਖ ਸੋਈ, ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਤੋ ਇਹ ਜੋ ਸ਼ਬਦ ਹੈ ਇਹਦੇ ਵਿੱਚ ਅਸੀਂ ਇਸ ਚੀਜ਼ ਨੂੰ ਸਪਸ਼ਟ ਕਰਦੇ ਹਨ ਸਤਿਗੁਰੂ ਜੀ ਕਿ ਇਹਦੀਆਂ ਗੱਲਾਂ ਤਾਂ ਸਾਰੇ ਕਰਦੇ ਹਨ, ਕਹੈ ਸਭ ਕੋਈ, ਸਿਮਰਤੀਆਂ ਵੀ ਕਰ ਰਹੀਆਂ ਹਨ, ਸ਼ਾਸਤਰ ਵੀ ਕਰ ਰਹੇ ਹਨ ਤੇ ਪੰਡਤ ਵੀ ਹਰ ਵੇਲੇ ਸਾਨੂੰ ਇਹਨਾਂ ਦੀ ਪ੍ਰਾਪਤੀ ਦੇ ਵਾਸਤੇ ਮੋਟੀਵੇਟ ਕਰਦੇ ਰਹਿੰਦੇ ਹਨ। ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਤੋ ਅੰਤਮ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਉਸ ਪਦਾਰਥ ਦੀ ਗੱਲ ਕੀਤੀ ਹੈ ਜਿਸ ਦੀ ਪ੍ਰਾਪਤੀ ਭਗਤ ਹਰ ਪਾਇਆ। ਉਸ ਹਰੀ ਦੀ ਭਗਤੀ ਦੀ ਉੱਤਮਤਾ, ਸਭ ਤੋਂ ਸਰਵ ਉੱਤਮ ਹੋਣ ਦਾ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਤੋ ਇੱਥੇ ਸਤਿਗੁਰੂ ਜੀ ਜ਼ਿਕਰ ਇਹ ਬੜਾ ਸਪਸ਼ਟ ਹੋ ਜਾਂਦਾ ਹੈ ਇਸ ਜਿਹੜਾ ਪਦਾ ਹੈ ਇਸ ਤੋਂ ਕਿ 4 ਪਦਾਰਥਾਂ ਦਾ ਦਰਜਾ ਤੇ ਉਹਨਾਂ ਨੇ ਕਹਿਤਾ ਇਹ ਤੇ ਗੱਲਾਂ ਕਰਨ ਵਾਲੀਆਂ ਹਨ ਜਿਹੜੀ ਸਾਰੇ ਕਹੀ ਜਾਂਦੇ ਹਨ, ਸਿਮਰਤੀਆਂ ਵੀ ਕਰਦੀਆਂ ਹਨ, ਸ਼ਾਸਤਰ ਵੀ ਕਰਦੇ ਹਨ, ਪੰਡਤ ਵੀ ਕਰਦੇ ਹਨ, ਪਰ ਅਸਲ ਜਿਹੜੀ ਗੱਲ ਹੈ, ਅਸਲ ਕੀਮਤੀ ਪਦਾਰਥ ਜੋ ਸਾਨੂੰ ਪ੍ਰਾਪਤ ਹੋਣ ਵਾਲਾ ਹੈ ਉਹ ਭਗਤ ਹਰ ਪਾਇਆ, ਹਰੀ ਦੀ ਭਗਤੀ ਦੇ ਨਾਲ ਮਿਲਣਾ ਹੈ। ਤੋ ਇੱਥੇ ਸਿਰਫ ਸਾਨੂੰ ਇੱਕ ਗੱਲ ਸਪਸ਼ਟ ਕਰਨ ਵਾਲੀ ਹੈ ਕਿ ਸਤਿਗੁਰੂ ਜੀ ਨੇ 4 ਪਦਾਰਥਾਂ ਦਾ ਦਰਜਾ ਜਿਹੜਾ ਅੰਤਮ ਪੰਕਤੀ ਦੇ ਵਿੱਚ ਸ਼ਬਦ ਵਰਤਿਆ ਹੈ, ਮੁਕਤ ਪਦਾਰਥ ਭਗਤ ਹਰ ਪਾਇਆ, ਉਹਦੇ ਸਾਹਮਣੇ ਗੌਣ ਦਰਜਾ ਸਤਿਗੁਰੂ ਜੀ ਨੇ 4 ਪਦਾਰਥਾਂ ਦਾ ਰੱਖਿਆ ਹੈ। ਇਹਦੇ ਸਾਹਮਣੇ ਉਸ ਨੂੰ ਛੋਟਾ ਕਰਕੇ ਰੱਖਿਆ ਹੈ। ਉੱਚਾ ਦਰਜਾ ਪ੍ਰਭੂ ਦੀ ਪ੍ਰੇਮਾ ਭਗਤੀ ਦਾ ਹੈ ਜਿਸ ਤੋਂ ਸਭ ਕੁਝ ਦੀ ਪ੍ਰਾਪਤੀ ਹੁੰਦੀ ਹੈ। ਹੁਣ ਇਹ ਸਾਡੇ ਗੁਰਮਤਿ ਵਿਚਾਰਧਾਰਾ ਦੇ ਵਿੱਚ 4 ਪਦਾਰਥਾਂ ਦਾ ਸਥਾਨ ਹੈ। ਇਹੀ ਕਾਰਨ ਹੈ ਕਿ ਜਦੋਂ ਸਾਡੇ ਸੋ ਕਾਲਡ ਵਿਦਵਾਨ ਵਿਆਖਿਆਕਾਰ ਸੰਗਤ ਦੇ ਵਿੱਚ ਬੈਠ ਕੇ 4 ਪਦਾਰਥਾਂ ਦੀ ਵਿਆਖਿਆ ਕਰਦੇ ਹਨ ਤੇ ਉਹ ਫਿਰ ਇਸੇ ਪੰਕਤੀ ਦੀ ਅਵਸਥਾ ਤੇ ਹੀ ਪਹੁੰਚ ਜਾਂਦੇ ਹਨ ਕਿ ਸਿਮਰਤ ਸ਼ਾਸਤ ਪੰਡਤ ਮੁਖ ਸੋਈ। ਉਹ ਉਹਨਾਂ ਦੀ ਹੀ ਸ਼ਰਨ ਦੇ ਵਿੱਚ ਪਹੁੰਚ ਜਾਂਦੇ ਹਨ, ਉਹਨਾਂ ਦੇ ਹੀ ਅਰਥ ਲੈਂਦੇ ਹਨ, ਉਹੀ ਉਹਨਾਂ ਦੇ ਸਿਧਾਂਤਾਂ ਅਨੁਸਾਰ ਸਾਨੂੰ ਸਮਝਾਉਂਦੇ ਹਨ। ਤੇ ਸਾਨੂੰ ਇਹ ਉਸ ਵੇਲੇ ਮਹਿਸੂਸ ਜ਼ਰੂਰ ਹੁੰਦਾ ਹੈ ਕਿਉਂਕਿ ਉਹ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਲੈ ਲੈ ਕੇ ਸਾਨੂੰ ਸਮਝਾਉਂਦੇ ਹਨ ਤੇ ਸਾਨੂੰ ਇਹ ਪ੍ਰਭਾਵ ਜਾਂਦਾ ਹੈ ਕਿ ਸ਼ਾਇਦ ਇਹ ਇੱਕ ਮੁੱਖ ਗੁਰਮਤਿ ਦਾ ਹੀ ਸਿਧਾਂਤ ਹੈ। ਤੋ ਇਹ ਜੋ ਅਵਸਥਾ ਹੈ ਇਸ ਤੋਂ ਸਾਨੂੰ ਪੂਰਾ ਸਪਸ਼ਟ ਹੋ ਜਾਂਦਾ ਹੈ ਕਿ 4 ਪਦਾਰਥ ਜਿਹੜੇ ਹਨ ਇਹ ਗੁਰਮਤਿ ਦਾ ਕੋਈ ਐਸਾ ਸਿਧਾਂਤ ਨਹੀਂ ਜੋ ਸਾਡੇ ਮੁੱਖ ਸਿਧਾਂਤਾਂ ਦੇ ਵਿੱਚੋਂ ਹੋਵੇ, ਬਲਕਿ ਸਤਿਗੁਰੂ ਜੀ ਨੇ ਇਹ ਜੋ ਵਰਤਿਆ ਹੈ ਇਹ ਸਾਨੂੰ ਸਮਝਾਉਣ ਲਈ ਵਰਤਿਆ ਹੈ, ਜਿਹਦਾ ਅਰਥ ਅਸੀਂ ਲੈ ਸਕਦੇ ਹਾਂ ਕਿ 4 ਪਦਾਰਥ ਭਾਵ ਇਹ ਸੰਸਾਰ ਦੇ ਸਾਰੇ ਪਦਾਰਥਾਂ ਦੀ ਜੋ ਅਸੀਂ ਪ੍ਰਾਪਤੀ ਕਰਨੀ ਹੁੰਦੀ ਹੈ ਉਹ ਵੀ ਜਿਹੜਾ ਹੈ ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਇਸੇ ਤਰ੍ਹਾਂ ਹੀ ਉਹ ਪ੍ਰਾਪਤ ਹੁੰਦੇ ਹਨ। ਹੁਣ 4 ਪਦਾਰਥਾਂ ਦਾ ਸਥਾਨ ਕੀ ਹੈ? ਸਤਿਗੁਰੂ ਜੀ ਇੱਕ ਜਗ੍ਹਾ ਤੇ ਫਰਮਾਉਂਦੇ ਹਨ ਕਿ 4 ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਏਕ ਵਿਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੈ।
ਤੋ ਭਾਵ ਇਹ ਹੈ ਕਿ ਮਨੁੱਖ ਆਇਆ ਤੇ ਚਾਰ ਪਦਾਰਥ ਭਾਵ ਬੇਅੰਤ ਦਾਤਾਂ ਲੈ ਕੇ ਅਕਾਲ ਪੁਰਖ ਦੀ ਬਖਸ਼ਿਸ਼ ਲੈ ਕੇ ਇਸ ਜਗ ਦੇ ਵਿੱਚ ਆਇਆ, ਪਰ ਆ ਕੇ ਉਹਨੇ ਕੀਤਾ ਕੀ ਕਿ ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਉਹ ਮਾਇਆ ਸ਼ਿਵ ਸ਼ਕਤੀ ਭਾਵ ਉਹ ਜੋ ਸ਼ਕਤੀ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ, ਮਾਇਆ ਭਾਵ ਜਿਹੜੀ ਇੱਥੇ ਵਰਤ ਰਹੀ ਹੈ, ਤਾਂ ਉਹਦੇ ਵਿੱਚ ਹੀ ਖਚਤ ਹੋ ਗਿਆ। ਤੇ ਚਾਰ ਪਦਾਰਥ ਲੈਣ ਤੋਂ ਬਾਅਦ ਵੀ ਉਹਦੀ ਅਵਸਥਾ ਕੀ ਬਣੀ ਕਿ ਏਕ ਵਿਸਾਰੇ ਤਾਂ ਪਿੜ ਹਾਰੇ ਅੰਧਲੇ ਨਾਮ ਵਿਸਾਰਾ। ਤੋ ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਡਾ ਸਿਧਾਂਤ ਨਹੀਂ ਹੈ, ਗੁਰਮਤਿ ਦਾ ਸਿਧਾਂਤ ਨਹੀਂ ਹੈ। ਇਹ ਜੋ ਸਿਧਾਂਤ ਹੈ ਇਹ ਕੇਵਲ ਇਹ ਚੀਜ਼ ਜਿਹੜੀ ਹੈ ਇਹ ਇੱਕ ਕਨਵਰਸੇਸ਼ਨ ਦੇ ਵਿੱਚ, ਵੋਕੈਬਲਰੀ ਦੇ ਵਿੱਚ ਮੁਹਾਵਰੇ ਦੇ ਤੌਰ ਤੇ ਸਤਿਗੁਰੂ ਜੀ ਨੇ ਵਰਤੀ ਹੈ। ਇਹ ਸਾਡਾ ਸਿਧਾਂਤ ਨਹੀਂ ਹੈ। ਇੱਕ ਹੋਰ ਜੋ ਸ਼ਬਦ ਹੈ ਸੁਖਮਨੀ ਸਾਹਿਬ ਦੇ ਵਿੱਚੋਂ, ਜਿਸ ਨੂੰ ਬਾਰ-ਬਾਰ ਸਾਡੇ ਰਾਗੀ ਗਾਉਂਦੇ ਵੀ ਹਨ ਤੇ ਸਾਨੂੰ ਬਾਰ-ਬਾਰ ਪ੍ਰਮਾਣ ਦੇ ਤੌਰ ਤੇ ਵੀ ਸੁਣਾਇਆ ਜਾਂਦਾ ਹੈ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਤੋ ਇਹਦੇ ਅਰਥ ਇਹੀ ਬਣਦੇ ਹਨ ਕਿ ਜੇ ਕਿਸੇ ਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਚਾਹੀਦੀ ਹੋਵੇ ਤਾਂ ਸਤਿਗੁਰੂ ਜੀ ਸਾਨੂੰ ਕਹਿ ਰਹੇ ਹਨ ਕਿ ਸਾਧ ਜਨਾਂ ਦੀ ਸੇਵਾ ਦੇ ਵਿੱਚ ਲੱਗੋ, ਸਤ ਸੰਗਤ ਦੇ ਵਿੱਚ ਜਾਓ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਤੇ ਉਹ ਹਰੀ ਦੇ ਨਾਮ ਨਾਲ ਜੁੜਨ ਲਈ ਕਹਿ ਰਹੇ ਹਨ। ਫਿਰ ਕਹਿੰਦੇ ਹਨ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਛੋੜੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸ਼ਰਨੀ ਪਰੈ। ਹੁਣ ਇਹ ਜੋ ਸਾਡੀਆਂ ਮੰਗਾਂ ਹੁੰਦੀਆਂ ਹਨ ਆਮ ਤੌਰ ਦੇ ਉੱਤੇ, ਸਾਡੀ ਅਵਸਥਾ ਇਹਨਾਂ ਮੰਗਾਂ ਨੂੰ ਪੂਰੇ ਕਰਨ ਵਾਲੀ ਹੁੰਦੀ ਹੈ। ਤਾਂ ਸਤਿਗੁਰੂ ਜੀ ਸਾਨੂੰ ਉਹਨਾਂ ਨੂੰ ਆਧਾਰ ਬਣਾ ਕੇ ਸਤ ਸੰਗਤ ਦੇ ਵਿੱਚ ਜਾਣ ਦੀ, ਨਾਮ ਦੇ ਨਾਲ ਜੁੜਨ ਦੀ ਪ੍ਰੇਰਨਾ ਕਰ ਰਹੇ ਹਨ। ਪਰ ਇਹਦਾ ਅਰਥ ਇਹ ਨਹੀਂ ਹੈ ਕਿ ਇਹ ਜੋ ਅਸੀਂ ਚਾਰ ਪਦਾਰਥ ਜਾਂ ਇਹਨਾਂ ਚੀਜ਼ਾਂ ਦੇ ਨਾਲ ਜੁੜ ਕੇ ਹੀ, ਅਸਲ ਦੇ ਵਿੱਚ ਤਾਂ ਮੰਤਵ ਇਹ ਹੈ ਕਿ ਚਲੋ ਸ਼ਾਇਦ ਸਤਿਗੁਰੂ ਇਹ ਚਾਹੁੰਦੇ ਹਨ ਕਿ ਅਸੀਂ ਇਸੇ ਤਰ੍ਹਾਂ ਹੀ ਨਾਮ ਦੇ ਨਾਲ ਜੁੜੀਏ, ਸਾਧ ਸੰਗਤ ਦੇ ਵਿੱਚ ਜਾਈਏ। ਅੰਤ ਦੇ ਵਿੱਚ ਸਤਿਗੁਰੂ ਜੀ ਸਪਸ਼ਟ ਕਰਦੇ ਹਨ ਕਿ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਵਿਆਸਾ। ਉਹ ਮੰਗਾਂ ਨੂੰ ਲੈ ਕੇ ਗੁਰੂ ਦੇ ਕੋਲ ਜਾਣ ਨੂੰ, ਸਤ ਸੰਗਤ ਦੇ ਵਿੱਚ ਜਾਣ ਦੀ ਅਵਸਥਾ ਇੱਕ ਪਾਸੇ ਹੈ, ਪਰ ਅਸਲ ਉੱਚੀ ਅਵਸਥਾ ਜਿਹਦੇ ਉੱਤੇ ਸਤਿਗੁਰੂ ਕਹਿ ਰਹੇ ਹਨ ਕਿ ਬਲ ਬਲ ਜਾਸਾ, ਤਾਂ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਭਾਵ ਜਦੋਂ ਉਸ ਪ੍ਰਭੂ ਦੀ ਪ੍ਰੇਮਾ ਭਗਤੀ ਦੀ ਅਵਸਥਾ ਦੇ ਉੱਤੇ ਅਸੀਂ ਪਹੁੰਚ ਜਾਈਏ, ਜਦੋਂ ਮਨ ਦੇ ਵਿੱਚ ਪ੍ਰਭੂ ਦੇ ਦਰਸ ਦੀ ਪਿਆਸ ਹੋ ਜਾਵੇ, ਤੇ ਫਿਰ ਉਹ ਸਭ ਤੋਂ ਉੱਤਮ ਅਵਸਥਾ ਹੈ ਜਿਹਦੇ ਬਾਰੇ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਫਰਮਾ ਰਹੇ ਹਨ ਕਿ ਬਲ ਬਲ ਜਾਸਾ। ਤੋ ਇੱਥੇ ਚਾਰ ਪਦਾਰਥ ਜਿਹੜੀ ਗੱਲ ਹੈ, ਇਹਦੇ ਅਰਥ ਵੀ ਉਹਨਾਂ ਚਾਰ ਪਦਾਰਥਾਂ ਦੇ ਕਰਨੇ ਯੋਗ ਨਹੀਂ ਹਨ। ਇਹਦਾ ਅਰਥ ਇਹੀ ਯੋਗ ਬਣਦਾ ਹੈ ਕਿ ਅਕਾਲ ਪੁਰਖ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਮੰਗ ਲੈ ਕੇ ਵੀ, ਜਿਹਦੇ ਮਨ ਦੇ ਵਿੱਚ ਮੰਗ ਵੀ ਹੋਵੇ, ਉਹ ਵੀ ਸਤ ਸੰਗਤ ਦੇ ਵਿੱਚ ਜਾਵੇ, ਉਹਦੀ ਸੇਵਾ ਕਰੇ, ਭਾਵ ਉਹਦੀ ਸਿੱਖਿਆ ਨੂੰ ਫੋਲੋ ਕਰੇ। ਪਰ ਅਸਲ ਅਵਸਥਾ ਜਿਹੜੀ ਅਸੀਂ ਪ੍ਰਾਪਤ ਕਰਨੀ ਹੈ ਉਹ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਗੁੰਝਲਦਾਰ ਸਵਾਲ ਸੀ, ਪਰ ਵੀਰ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਔਰ ਗੁਰਬਾਣੀ ਦੇ ਆਧਾਰਿਤ ਸਾਨੂੰ ਦੱਸਿਆ ਕਿ ਮੁਕਤ ਪਦਾਰਥ ਭਗਤ ਹਰ ਪਾਇਆ। ਅਸਲ ਕਿਹੜਾ ਪਦਾਰਥ ਹੈ ਤੇ ਚਾਰ ਪਦਾਰਥ ਕੀ ਨੇ। ਔਰ ਇਹ ਵੀ ਬੜੀ ਨੋਟ ਕਰਨ ਵਾਲੀ ਗੱਲ ਜਿਹੜੀ ਵੀਰ ਜੀ ਨੇ ਦੱਸੀ ਹੈ ਕਿ ਗੁਰੂ ਮਹਾਰਾਜ ਨੇ ਆਪਣੇ ਪ੍ਰਚਾਰ ਫੇਰਿਆਂ ਦੇ ਦੌਰਾਨ ਜਿਹੜੇ ਸਰੋਤੇ ਸਨ ਉਹਨਾਂ ਦੀ ਭਾਸ਼ਾ ਜਾਂ ਉਹਨਾਂ ਦੇ ਪ੍ਰਚਲਿਤ ਮੁਹਾਵਰੇ ਉਹ ਗੁਰਬਾਣੀ ਵਿੱਚ ਉਹਨਾਂ ਨੇ ਵਰਤੇ, ਉਹਨਾਂ ਨੂੰ ਸਮਝਾਉਣ ਲਈ। ਇੱਕ ਬਹੁਤ ਵਧੀਆ ਜਿਹੜਾ ਪ੍ਰਚਾਰਕ ਹੈ, ਮਤਲਬ ਜੇ ਗੁਰੂ ਸਾਹਿਬ ਬਾਰੇ ਤੇ ਆਪਾਂ ਕੁਝ ਕਮੈਂਟ ਕਰ ਹੀ ਨਹੀਂ ਸਕਦੇ, ਉਹ ਤਾਂ ਆਪ ਵਾਹਿਗੁਰੂ ਸਨ। ਪਰ ਮੈਂ ਆਮ ਪ੍ਰਚਾਰਕ ਦੀ ਗੱਲ ਕਰਦਾ ਹਾਂ ਕਿ ਚੰਗੇ ਪ੍ਰਚਾਰਕ ਲਈ ਇਹ ਜ਼ਰੂਰੀ ਹੋਏਗਾ ਕਿ ਜਿਸ ਆਡੀਅנס ਨਾਲ ਉਹ ਗੱਲ ਕਰ ਰਿਹਾ ਉਹਦੇ ਲੈਵਲ ਦੀ ਗੱਲ ਔਰ ਉਹਦੀ ਭਾਸ਼ਾ ਜਿਹੜੀ ਉਹਨੂੰ ਸਮਝ ਆ ਜਾਏ, ਔਰ ਉਹਨਾਂ ਦੀਆਂ ਪ੍ਰਚਲਿਤ ਜਿਹੜੀਆਂ ਰਹੁ ਰੀਤੀਆਂ ਜਾਂ ਹੋਰ ਗੱਲਾਂ ਨੇ ਉਹਨਾਂ ਦਾ ਅਗਰ ਰੈਫਰੈਂਸ ਦਿੱਤਾ ਜਾਏ ਤਾਂ ਆਡੀਅנס ਨੂੰ, ਸਰੋਤਿਆਂ ਨੂੰ ਉਹ ਗੱਲ ਜਿਹੜੀ ਹੈ ਸਪਸ਼ਟ ਹੋ ਜਾਂਦੀ ਹੈ, ਜਿਹੜੀ ਬਾਕਮਾਲ ਗੁਰਬਾਣੀ ਵਿੱਚ ਹੈ। ਔਰ ਵੀਰ ਜੀ ਪ੍ਰਭ ਕੀਰਤਨ ਸਿੰਘ ਜਾਬੀ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਬਹੁਤ ਹੀ ਵਿਸਥਾਰ ਸਹਿਤ ਦੱਸਿਆ। ਔਰ ਮੈਂ ਆਸ ਕਰਦਾ ਜਿਨ੍ਹਾਂ ਦਾ ਇਹ ਸਵਾਲ ਹੈ ਉਹਨਾਂ ਨੂੰ ਇਹਦਾ ਉੱਤਰ ਬਾਖੂਬੀ ਮਿਲ ਗਿਆ। ਤੋ ਸਾਧ ਸੰਗਤ ਜੀ ਸਵਾਲ ਸਾਡੇ ਕੋਲ ਹੋਰ ਵੀ ਹਨ, ਪਰੰਤੂ ਸਮਾਂ ਕਿਉਂਕਿ ਹੋ ਗਿਆ ਤੇ ਮਜਬੂਰੀ ਬਸ ਅਸੀਂ ਉਹਨਾਂ ਨੂੰ ਅਗਲੇ ਹਫਤੇ ਲਵਾਂਗੇ। ਤੇ ਜਿਨ੍ਹਾਂ ਦੇ ਸਵਾਲ ਨੇ ਉਹਨਾਂ ਤੋਂ ਮੈਂ ਖਿਮਾ ਮੰਗਦਾ ਕਿ ਉਹ ਅਗਲੇ ਹਫਤਾ ਤੱਕ ਉਹਨਾਂ ਨੂੰ ਉਹਦੀ ਵੇਟ ਕਰਨੀ ਪੈਣੀ ਹੈ। ਤੋ ਸਾਧ ਸੰਗਤ ਜੀ ਸੰਗਤ ਵਿੱਚ ਕੁਝ ਨਵੇਂ ਵੀਰ ਭੈਣਾਂ ਜੁੜੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਬਰੀਫ ਜੀ ਇੰਟਰੋਡਕਸ਼ਨ ਜਿਹੜੀ ਹੈ
ਉਹ ਸੰਗਤ ਨਾਲ ਸਾਂਝੀ ਕਰਨ। ਤੋ ਇੱਕ ਆਈਡੀ ਹੈ ਜੀ ਜਪਨੀਤ ਸਿੰਘ, ਮੈਨੂੰ ਲੱਗਿਆ ਵੀ ਪਹਿਲੀ ਵਾਰੀ ਆਏ ਨੇ। ਤੇ ਜਪਨੀਤ ਸਿੰਘ ਪਲੀਜ਼ ਅਨਮਿਊਟ ਕਰ ਲਓ ਔਰ ਸੰਗਤ ਨਾਲ ਆਪਣੀ ਫਤਿਹ ਸਾਂਝੀ ਕਰ ਲਓ। ਐਮਪੀ ਸਿੰਘ ਜੀ ਨੂੰ ਅਲਾਓ ਕਰ ਦੇਣਾ, ਅਨਮਿਊਟ ਹੋ ਜਾਏ। ਹਾਂਜੀ ਮੈਂ ਰਿਕੁਐਸਟ ਕੀਤੀ ਇਹਨਾਂ ਨੂੰ ਅਨਮਿਊਟ ਕਰਨ ਵਾਸਤੇ। ਹਾਂਜੀ, ਜਦ ਤੱਕ ਮੈਂ ਅਗਲੀ ਆਈਡੀ ਬੋਲ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਭਾਈ ਖਾਲਸਾ ਜੀ ਫਤਿਹ ਜੀ। ਥੋੜਾ ਵੀਰ ਜਿਹਾ ਜੀ ਆਪਣੇ ਮੈਂ ਬਾਰੇ ਦੱਸ ਦਿਓ ਜੀ। ਮੇਰੇ ਬੇਟੇ ਦੇ ਨਾਮ ਤੋਂ ਆ ਗਿਆ ਸੀ। ਹਾਂਜੀ, ਤੁਸੀਂ ਆਪਣਾ ਦੱਸੋ, ਨਾਂ ਦੱਸੋ, ਸ਼ਹਿਰ ਹਰਪ੍ਰੀਤ ਦੱਸੋ ਕੌਰ ਹੈ ਜੀ। ਨਾ ਮੇਰਾ ਨਾਮ, ਹਰਪ੍ਰੀਤ ਕੌਰ। ਮੈਂ ਪਹਿਲਾਂ ਵੀ ਜੁਆਇਨ ਕਰਦੀ ਹਾਂ। ਅੱਛਾ, ਸ਼ੁਕਰੀਆ ਸ਼ੁਕਰੀਆ ਜੀ, ਮਿਹਰਬਾਨੀ। तो हाँ जी, अगली आईडी है जी, सिर्फ लिखा ढींगरा। ते अगर वो नवे ज्वाइन किए ने तो प्लीज अनम्यूट कर लो ते अपनी इंट्रोडक्शन दे दिओ जी। ढींगरा उस तो अगली है जी, ਅਨਮਿਊਟ ਕਰ ਲਓ ਜੀ ਜਿਨ੍ਹਾਂ ਦੀ ਹਾਂਜੀ। ਆਈਡੀ ਹੈ ਢੀਂਗਰਾ। ਹਾਂਜੀ जब तक मैं अगला नाम ही बोल देना, तरनजीत, जिनकी आईडी तरनजीत है वो भी अनम्यूट करके सामने आ सकते हैं जी। तरनजीत, ਇਹਨਾਂ ਦਾ ਅਨਮਿਊਟ ਤਾਂ ਹੋ ਗਿਆ। अच्छा जी, ਤਰਨਜੀਤ